ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਹਾਲ ਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸ਼ਾਮ ਦਾ ਸਮਾਂ ਮਹਾਰਾਜ ਨੇ ਆਪਣੇ ਤੇ ਕਿਰਪਾ ਕਰਕੇ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਬਹੁਤ ਹੀ ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਜੋ ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਿਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼, ਜਿਸ ਦੀ ਕਿ ਲੜੀਵਾਰ ਜੋ ਕਥਾ ਹੈ ਮਾਈ ਭਾਈ ਸਰਵਣ ਕਰਦੇ ਆ ਰਹੇ ਹੋ। ਕਥਾ ਸਮਾਪਤੀ ਤੇ ਹੈ ਜੋ ਅਖੀਰਲਾ ਅਧਿਆਇ ਹੈ ਉੱਤਰਾਰਧ ਭਾਗ ਦਾ 60ਵਾਂ ਅਧਿਆਇ ਆਪਾਂ ਪੜ੍ਹ ਸੁਣ ਰਹੇ ਹਾਂ, ਜਿਹਦੇ ਵਿੱਚ ਗਿਆਨੀ ਜੀ ਨੇ ਜ਼ਮਾਨੇ ਦੀ ਅਦਲਾ ਬਦਲੀ ਦੀਆਂ ਗੱਲਾਂ ਕੀਤੀਆਂ ਔਰ ਸਮੇਂ ਦਾ ਪ੍ਰਭਾਵ ਕੀ ਪਿਆ। ਇਹ ਸਾਰੀ ਗੱਲਬਾਤ ਉਪਰੰਤ ਫਿਰ ਸਮਾਪਤੀ ਤੇ ਆਪਣੇ ਬਾਰੇ ਦੱਸਣਗੇ। ਤੋ ਜਿਹੜੀ ਆਪਾਂ ਗੱਲ ਸਮੇਂ ਦੀ ਅਦਲਾ ਬਦਲੀ ਦੀ, ਜ਼ਮਾਨੇ ਦੇ ਪ੍ਰਭਾਵ ਦੀ, ਜ਼ਮਾਨਾ ਕਿਵੇਂ ਬਦਲ ਗਿਆ, ਸਮੇਂ ਦਾ ਪ੍ਰਭਾਵ ਕੀ ਪਿਆ, ਉਹ ਆਪ ਜੀ ਸਰਵਣ ਕਰ ਰਹੇ ਹੋ। ਤੇ ਕਿਵੇਂ ਕਿਵੇਂ ਕਿਹੋ ਜਿਹੇ ਗਿਆਨੀ ਜੀ ਕਹਿੰਦੇ ਪਹਿਲਾਂ ਸੀ ਹਾਲਤ, ਫਿਰ ਕਿਹੋ ਜਿਹੇ ਸਿੱਖ ਸਰਦਾਰਾਂ ਦੇ ਹੋਏ। ਅੰਗਰੇਜ਼ਾਂ ਨੇ ਰਾਜ ਸਾਂਭਿਆ, ਉਹਨਾਂ ਨੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਉਹ ਇਹ ਜਿਹੇ ਕਾਰਜ ਕੀਤੇ। ਸਾਰੀ ਖੇਡ ਫਿਰ ਇਹ ਵੀ ਦੱਸਣਗੇ ਭਾਈ ਚੰਗਿਆਂ ਦੇ ਸਮੇਂ ਵੀ ਇਹੋ ਜਿਹੇ, ਚੰਗੇ ਵੀ। ਉਹ ਸਾਰੀ ਗੱਲ ਗਿਆਨੀ ਜੀ ਆਪਾਂ ਨੂੰ ਦੱਸ ਰਹੇ ਆ। ਕਲਯੁਗ ਦਾ ਵੀ ਸਮਾਂ ਕੈਸਾ ਕਲਯੁਗੀ ਪ੍ਰਭਾਵ ਹੈ। ਸਤਿਕਾਰ ਭਾਵਨਾ ਜਿਹੜੀ ਹੈ ਉਹ ਘਟੀ, ਹੋਰ ਇਤਿਆਦਿਕ ਸਾਰੀਆਂ ਗੱਲਾਂ ਗਿਆਨੀ ਜੀ ਨੇ ਕੀਤੀਆਂ ਵੀ ਹੈ ਤੇ ਹੋਰ ਅੱਗੇ ਆ ਰਹੀਆਂ। ਆਓ ਪਿਆਰ ਤੇ ਸਤਿਕਾਰ ਨਾਲ ਸਵਈਆ ਛੰਦ ਦੇ ਵਿੱਚ ਅੱਗੇ ਹੋਰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮਕਰੀ ਮਕਰੀ ਜਾਲ ਰਹੇ ਸਜ। ਮਕਰੀ ਮਕਰ ਕਰਨ ਵਾਲਾ ਤੇ ਮਕਰੀ ਮੱਕੜੀ ਨੂੰ ਵੀ ਕਿਹਾ। ਮਕਰੀ ਮਕਰੀ ਜਾਲ ਰਹੇ ਸਜ। ਕਹਿੰਦੇ ਜਿਹੜੇ ਮਕਰੀ ਲੋਕ ਨੇ, ਫਰੇਬੀ ਲੋਕ ਹੈ, ਉਹ ਮੱਕੜੀ ਵਾਂਗੂ ਜਾਲੇ ਬਣਾ ਰਹੇ ਹਨ। ਪਕੜੀ ਰੈਨ ਰਾਜਨੀਤੀ, ਤੇ ਇਹਨਾਂ ਨੇ ਰਾਜਨੀਤੀ ਰੂਪੀ ਹੁਣ ਰਾਤ ਫੜ ਲਈ। ਅਕਰੀ ਵਸਤ ਮਿਲੈ ਕਕਰ ਲੱਕਰੀ ਲੋ। ਇੱਥੋਂ ਤੱਕ ਗਿਆਨੀ ਜੀ ਕਹਿੰਦੇ ਅਕਰੀ ਵਸਤ ਮਿਲੈ ਲੱਕਰੀ ਲੋ। ਲੱਕੜੀ ਤੱਕ ਵੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਹੁਣ ਮਹਿੰਗੀਆਂ ਹੋ ਗਈਆਂ ਨੇ, ਮਹਿੰਗੀਆਂ ਮਿਲ ਰਹੀਆਂ, ਅਕਰੀਆਂ ਮਿਲ ਰਹੀਆਂ ਹਨ। ਵਿਆਪਾਰੀ ਬੱਕਰੀ ਰੀਤੀ, ਤੇ ਜਿਹੜੇ ਵਪਾਰੀ ਨੇ ਉਹਨਾਂ ਨੇ ਬੱਕਰੀ ਭਾਵ ਟੇਡੀਆਂ ਰੀਤਾਂ ਫੜ ਲਈਆਂ। ਸਾਲ ਰਸਾਲ ਜੰਗੀਰਾਂ ਵਾਲੇ। ਸਾਲ ਰਸਾਲ, ਸਾਲ ਕਹੀਏ ਚੌਲ ਤੇ ਰਸਾਲ ਕਹੀਏ ਰਸ ਵਾਲ ਅੰਬ। ਹੁਣ ਚੌਲਾਂ ਤੇ ਅੰਬਾਂ ਦੇ ਜਿਹੜੇ ਮਾਲਕ ਤੇ ਜਗੀਰਾਂ ਵਾਲੇ ਜਿੰਨੇ, ਅਦਕ ਲਚਾਰ ਝੂਰ ਥਾਏ, ਇਹ ਫਿਰ ਬਹੁਤ ਝੂਰ ਕੇ ਦੁਖੀ ਹੋ ਗਏ। ਸੁਖ ਚਾਨੇ ਸਰ ਨ੍ਰਿਪ ਪੁਰਾਨੇ, ਜਿਹੜੇ ਪੁਰਾਣੇ ਰਾਜੇ ਸੀ ਉਹ ਗਿਆਨੀ ਜੀ ਕਹਿੰਦੇ ਜਿਵੇਂ ਤਲਾਅ ਸੁੱਕ ਜਾਂਦਾ ਹੈ, ਇਉਂ ਭਾਈ ਉਹਨਾਂ ਤਲਾਵਾਂ ਵਾਂਗੂ ਸੁੱਕ ਗਏ। ਕੰਜ ਮੰਜ ਭੱਟ ਸੁਸਕਾਏ, ਔਰ ਜਿਹੜੇ ਉਹਨਾਂ ਦੇ ਸੂਰਮੇ ਸਨ ਉਹ ਜਿਵੇਂ ਤਲਾਅ ਦੇ ਵਿੱਚ ਕਮਲ ਫੁੱਲ ਹੈ, ਜਦੋਂ ਤਲਾਅ ਸੁੱਕ ਗਿਆ ਉਹ ਵੀ ਸੁੰਗੜ ਗਿਆ, ਸੜ ਗਿਆ। ਇਸ ਤਰ੍ਹਾਂ ਸੂਰਮਿਆਂ ਦੀ ਵੀ ਹਾਲਤ ਹੋ ਗਈ। ਕੋਵਿਦ ਕਲ ਕੋਵਿਦ ਕਬ ਅਲ ਕੋਇਲ ਗਾਇਕ। ਕੋਵਿਦ ਕਹਿੰਦੇ ਨੇ ਵਿਦਵਾਨ ਨੂੰ, ਵਿਦਵਾਨ ਕਵੀ ਤੇ ਗਵਈਏ, ਇਹ ਭੌਰਿਆਂ ਤੇ ਕੋਇਲਾਂ ਵਾਂਗੂ ਨਰਿਪੈ ਥਲ ਤਜ ਕੂੰਜ ਥੀਏ। ਇਹ ਰਾਜੇ ਰੂਪੀ ਥਾਵਾਂ ਨੂੰ ਛੱਡ ਕੇ ਹੁਣ ਕੂੰਜਾਂ ਵਾਂਗ ਦੂਰ ਕਿਤੇ ਇਧਰ ਉਧਰ ਉਡਾਰੀਆਂ ਮਾਰ ਗਏ। ਧਰਮ ਭਾਨ ਨਹਿ ਭਾਨ ਭਵਤ ਤਪ। ਫਿਰ ਧਰਮ ਰੂਪੀ ਭਾਨ, ਭਾਨ ਕਹੀਏ ਸੂਰਜ ਨੂੰ, ਧਰਮ ਭਾਨ ਨਹਿ ਭਾਨ ਭਵਤ ਤਪ। ਧਰਮ ਰੂਪੀ ਸੂਰਜ ਦੀ ਜਿਹੜੀ ਤਪਸ਼ ਹੈ ਹੁਣ ਕਿਤੇ ਭਾਨ ਵੀ ਨਹੀਂ ਹੁੰਦੀ, ਪ੍ਰਤੀਤ ਵੀ ਨਹੀਂ ਹੁੰਦੀ ਹੈ। ਸ਼ਰਧਾ ਧੂਪ ਨ ਦਰਸੀਏ, ਸ਼ਰਧਾ ਰੂਪੀ ਹੁਣ ਧੁੱਪ ਦੇ ਵੀ ਦਰਸ਼ਨ ਨਹੀਂ ਹੁੰਦੇ। ਕਹਿੰਦੇ ਦੁਨੀਆ ਚੋਂ ਸ਼ਰਧਾ ਵੀ ਖਤਮ ਹੋ ਰਹੀ ਹੈ। ਜੰਗਲ ਕੱਟੇ ਉਦੰਗਲ ਭਾਰੇ, ਜਿੰਨੇ ਵੀ ਹੈ ਵੱਡੇ ਵੱਡੇ ਜੰਗਲਾਂ ਨੂੰ ਕੱਟ ਕਰਕੇ ਮੰਗਲ ਕੀਏ ਨਹਿਰੈ ਸਾਰੈ। ਸਾਰੇ ਥਾਵਾਂ ਤੇ ਅੰਗਰੇਜ਼ਾਂ ਨੇ ਲੋਕਾਂ ਨੂੰ ਝੂਠੀ ਖੁਸ਼ੀ ਦੇਣ ਲਈ ਹੁਣ ਨਹਿਰਾਂ ਵਗੈਰਾ ਬਣਾ ਦਿੱਤੀਆਂ ਹਨ। ਪਹਿਲੇ ਸੈ ਆਬਾਦੀ ਦਹਿ ਗੁਣ, ਤੇ ਹੁਣ ਗਿਆਨੀ ਜੀ ਕਹਿੰਦੇ ਪਹਿਲਾਂ ਨਾਲੋਂ ਭਾਈ ਆਬਾਦੀ ਵੀ 10 ਗੁਣਾ ਵੱਧ ਗਈ। ਆਏ ਮਾਮਲਾ ਸਰਕਾਰ ਹੈ, ਤੇ ਸਰਕਾਰ ਨੂੰ ਵੀ ਚੰਗਾ ਚੋਖਾ ਮਾਮਲਾ ਆਉਣ ਲੱਗ ਗਿਆ। ਜੋ ਠੇਕਾ ਥੈ ਹੈ ਸੋ ਲੈ ਹੈ, ਜਿਹੜਾ ਠੇਕਾ ਹੈ ਉਹ ਲੈਂਦੇ ਹਨ। ਚੈ ਹੈ ਔਰ ਨ ਕੋ ਕਾਰ ਹੈ, ਇਹ ਤੋਂ ਬਿਨਾਂ ਹੋਰ ਕੋਈ ਕਾਰ ਟੈਕਸ ਨਹੀਂ ਚਾਹੁੰਦੇ ਹਨ। ਦੈ ਹੈ ਦੁਖ ਰਈਅਤੈ ਨੈ ਹੈ, ਤੇ ਅੰਗਰੇਜ਼ਾਂ ਨੇ ਇਸ ਤਰ੍ਹਾਂ ਦਾ ਰਾਜ ਚਲਾ ਲਿਆ ਕਿ ਪਰਜਾ ਨੂੰ ਕੋਈ ਹੋਰ ਦੁੱਖ ਨਹੀਂ ਦਿੰਦੇ ਹਨ। ਕਹਿ ਹੈ ਆਬਾਦੀ ਭਾਰ ਹੈ, ਸਗੋਂ ਬਹੁਤੀ ਆਬਾਦੀ ਜਿਹੜੀ ਹੈ ਉਹ ਕਰ ਰਹੇ ਨੇ, ਆਬਾਦ ਕਰ ਰਹੇ ਹਨ। ਜਬਰੀ ਬੇਸਬਰੀ ਨਹਿ ਕਰ ਹੈ, ਕੋਈ ਧੱਕਾ ਬੇਸਬਰੀ ਲਾਲਚ ਨਹੀਂ ਕਰਦੇ। ਖਬਰੀ ਅਬਰੀ ਸਭ ਰੱਖ ਹੈ, ਸਭ ਕਾਸੇ ਦੀਆਂ ਖਬਰਾਂ ਵੀ ਰੱਖਦੇ ਹਨ।
ਦੈਹ ਮਜ਼ਦੂਰੀ ਪੂਰੀ ਸਭ ਕੋ, ਤੇ ਮਜ਼ਦੂਰੀ ਵੀ ਸਾਰਿਆਂ ਨੂੰ ਪੂਰੀ ਦਿੰਦੇ ਹਨ। ਰਾਜਨੀਤ ਮੈਂ ਅਤ ਦਖ ਹੈ। ਫਿਰ ਇਹ ਗਿਆਨੀ ਜੀ ਕਹਿੰਦੇ ਰਾਜਨੀਤੀ ਵਿੱਚ ਚਲਾਕ ਚਤੁਰ ਬਹੁਤ ਹਨ। ਜ਼ਿਮੀਂਦਾਰ ਤਰਖਾਨ ਮਿਹਨਤੀ, ਜਿਹੜੇ ਜ਼ਿਮੀਂਦਾਰ ਤਰਖਾਨ ਮਿਹਨਤ ਕਰਨ ਵਾਲੇ ਲੋਕ ਤਵੰਗਰ ਭੂਰ ਭਏ। ਹੁਣ ਇਹ ਲੋਕ ਵੀ ਚੰਗੇ ਮਾਇਆ ਵਾਲੇ ਧਨੀ ਹੋ ਗਏ ਹਨ। ਲਾਹੈ ਕਰਾ ਕਪਾਹ ਹੈ ਤੈ ਸਭ, ਕਪਾਹ ਬੀਜਦੇ ਸੀ ਉਦੋਂ ਗਿਆਨੀ ਜੀ ਕਹਿੰਦੇ ਸਾਰਾ ਕਰਜ਼ਾ ਕਰ ਮਾਮਲਾ ਜਿਹੜਾ ਕਪਾਹ ਦੀ ਫਸਲ ਨਾਲ ਲਾ ਦਿੰਦੇ ਨੇ। ਬਾਕੀ ਜਿਨਸ ਇਨਾਮ ਖਾਏ, ਤੇ ਬਾਕੀ ਜਿਨਸ ਜਿਹੜੀ ਹੈ ਉਹ ਇਨਾਮ ਰੂਪ ਵਿੱਚ ਖਾਂਦੇ ਹਨ। ਵਸਤ ਸਭੀ ਅਤ ਮਹਿੰਗੀ ਬਿਕ ਹੈ, ਕਿਉਂਕਿ ਅੰਗਰੇਜ਼ਾਂ ਨੇ ਜਿਹੜਾ ਸੀ ਸਮਾਨ ਇੱਧਰ ਉੱਧਰ ਬਾਹਰਲੇ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਭਾਵੇਂ ਕਿ ਬਾਅਦ ਵਿੱਚ ਤਾਂ ਉਹਨਾਂ ਚੀਜ਼ਾਂ ਦੇ ਨੁਕਸਾਨ ਹੀ ਹੁੰਦੇ ਆ, ਲੇਕਿਨ ਮੌਕਾ ਪ੍ਰਸਤੀ ਵਿੱਚ ਇਉਂ ਸੀ ਵੀ ਲੋਕਾਂ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ, ਫਸਲਾਂ ਮਹਿੰਗੀਆਂ ਹੋਈਆਂ। ਇਸ ਕਰਕੇ ਵਸਤ ਸਭੀ ਅਤ ਮਹਿੰਗੀ ਬਿਕ ਹੈ, ਵਸਤੂ ਸਾਰੀਆਂ ਬਹੁਤ ਮਹਿੰਗੀਆਂ ਵਿਕਦੀਆਂ ਨੇ। ਕਿਉਂ ਨਾ ਜੱਟ ਫਿਰ ਧਨੀ ਪਵੈ। ਫਿਰ ਗਿਆਨੀ ਜੀ ਕਹਿੰਦੇ ਜਿਹੜੇ ਜੱਟ ਨੇ ਉਹ ਕਿਉਂ ਨਾ ਭਾਈ ਧਨੀ ਹੋਣ, ਉਹਨਾਂ ਦੇ ਵੀ ਚੀਜ਼ਾਂ ਵਸਤੂ ਅੰਨ ਅਨਾਜ ਮਹਿੰਗਾ ਵਿਕਣ ਲੱਗ ਗਿਆ। ਪੈ ਕਰਤੂਤ ਊਤ ਕਰਨੇ ਮੈਂ, ਪਰ ਕਹਿੰਦੇ ਇਹੋ ਜਿਹੇ ਵੀ ਨੇ ਜਿਹੜੇ ਮੂਰਖਾਂ ਵਾਲੀਆਂ ਕਰਤੂਤਾਂ ਕਰਨ ਦੇ ਵਿੱਚ ਕਰਜ਼ਾਈ ਮਜ਼ਬੂਤ ਥਵੈ, ਉਹ ਫਿਰ ਬਹੁਤੇ ਕਰਜ਼ਾਈ ਹੋ ਜਾਂਦੇ ਨੇ। ਫਿਰ ਭੀ ਸੋ ਜਸ ਨਹਿ ਹੋਇ ਹੈ ਪੂਰਾ, ਫਿਰ ਵੀ ਉਹਨਾਂ ਦਾ ਚੰਗਾ ਪੂਰਾ ਜਸ ਨਹੀਂ ਹੁੰਦਾ। ਇੱਕ ਤੈ ਅਧਿਕ ਦੁਤੀ ਵੱਢ ਹੈ, ਕਿਉਂਕਿ ਇੱਕ ਤੋਂ ਦੂਜਾ ਖਰਚ ਕਰਨ ਦੇ ਵਿੱਚ ਅੱਗੇ ਵੱਧ ਜਾਂਦਾ ਹੈ। ਰਸ ਮੈਂ ਕਰਤ ਜੋ ਕਦਰੋਂ ਯਾਦ ਆ, ਜਿਵੇਂ ਵਿਆਹ ਇਤਿਆਦਿਕ ਦੀਆਂ ਰਸਮਾਂ ਰੀਤਾਂ ਉਹ ਕਦਰ ਨਾਲੋਂ ਬਹੁਤੀਆਂ ਕਰਦੇ, ਆਪਣੀ ਤਾਕਤ ਨਾਲੋਂ ਵੱਧ ਕੇ ਕਰਦੇ ਹਨ। ਤਸ ਮੈਂ ਕਰਜ਼ਾਈ ਕੱਢ ਹੈ, ਔਰ ਕਰਜ਼ਾਈਆਂ ਦੇ ਤਸਮੇ ਕੱਢ ਦਿੰਦੀਆਂ, ਭਾਵ ਫਿਰ ਦੁਖੀ ਹੋ ਜਾਂਦੇ। ਤਾਂ ਤੇ ਉਤਨੇ ਪਾਉ ਪਸਾਰੇ, ਇਸ ਕਰਕੇ ਗਿਆਨੀ ਜੀ ਕਹਿੰਦੇ ਭਾਈ ਓਨੇ ਹੀ ਪੈਰ ਪਸਾਰਨੇ ਚਾਹੀਦੇ ਐ। ਬਣਿਓ ਰਹਿ ਸੁਖ ਜਸ ਜਿਉ ਹੈ, ਜਿਹਦੇ ਨਾਲ ਸੁਖ ਵੀ ਤੇ ਜਸ ਵੀ ਬਣਿਆ ਰਹੇ। ਅਰ ਜੇ ਝਗੜੇ ਨਹਿ ਜੱਟ ਛੇਰੈ, ਬਾਕੀ ਕਹਿੰਦੇ ਜਿਹੜਾ ਜੱਟ ਹੈ ਜੇ ਉਹ ਲੜਾਈ ਝਗੜੇ ਨਾ ਕਰੇ, ਧਨੀ ਭਵੈ ਸੁਖ ਲਹਿ ਤਿਉ ਹੈ, ਫਿਰ ਉਹ ਬਹੁਤ ਅਮੀਰ ਹੋ ਜੇ। ਵੀ ਭਾਵ ਲੜਾਈ ਝਗੜਿਆਂ ਵਿੱਚ ਵੀ ਪੈਸਾ ਖਰਚ ਕਰ ਦਿੰਦੇ ਆ ਮੁਕੱਦਮਿਆਂ 'ਚ, ਜੇ ਨਾ ਕਰਨ ਇਹ ਵੀ ਧਨੀ ਹੋ ਜਾਣ ਤੇ ਸੁੱਖ ਲੈਣ ਬਹੁਤੇ। ਅਮਨ ਆਬਾਦੀ ਸੁਖ ਆਜ਼ਾਦੀ, ਅਮਨ ਆਬਾਦ ਹੁੰਦਾ ਚੰਗੇ ਸੁੱਖ ਤੇ ਆਜ਼ਾਦੀ ਜਿਹੜੀ ਹੈ ਅੰਗਰੇਜ਼ਾਂ ਬਖਸ਼ੀ ਜੈਸੀ, ਜਿਹੋ ਜੀ ਅੰਗਰੇਜ਼ਾਂ ਨੇ ਫਿਰ ਰਾਜ ਭਾਗ ਸਾਂਭ ਕੇ ਬਖਸ਼ੀ। ਬਾਦਸ਼ਾਹੇ ਕਿਸ ਹੀ ਨੈ ਕਬ ਹੀ, ਇਹ ਜਿਹੜੇ ਪਹਿਲਾਂ ਬਾਦਸ਼ਾਹ ਸਨ ਉਹਨਾਂ ਨੇ ਕਿਸੇ ਨੇ ਵੀ ਕਦੇ ਪਰਜਾ ਕੋ ਨਾ ਦਈ ਐਸੀ, ਪਰਜਾ ਨੂੰ ਐਸੀ ਸੁੱਖ ਸਹੂਲਤ ਨਹੀਂ ਸੀ ਦਿੱਤੀ। ਰੀਤ ਇਹੋ ਅੰਗਰੇਜ਼ੀ ਪਰਜਾ ਕੀ, ਇਹ ਰੀਤ ਹੈ ਗਿਆਨੀ ਜੀ ਕਹਿੰਦੇ ਭਾਈ ਜਿਹੜੀ ਅੰਗਰੇਜ਼ਾਂ ਦੀ ਪਰਜਾ ਸੀ ਉਸ ਸਮੇਂ। ਪਾਛੇ ਆਛੇ ਗਾਈ, ਜਿਹੜੀ ਹੁਣ ਪਿੱਛੇ ਅਸੀਂ ਚੰਗੀ ਤਰ੍ਹਾਂ ਗਾ ਦਿੱਤੀ ਹੈ। ਰਾਜਿਓ ਕੀ ਰਈਅਤ ਹੈ ਜੇਤੀ, ਤੇ ਜਿਹੜੀ ਰਾਜਿਆਂ ਦੀ ਪਰਜਾ ਹੈ ਜਿੰਨੀ ਵੀ, ਏਤੀ ਸੁਖੀ ਨਾ ਸੋ ਥਾਈ, ਭਾਵ ਇੰਨੀ ਉਹ ਸੁਖੀ ਨਹੀਂ ਸੀ ਜਿੰਨੀ ਅੰਗਰੇਜ਼ਾਂ ਦੀ ਪਰਜਾ ਜਿੰਨੀ ਪਹਿਲਾਂ ਸੁਖੀ ਨਹੀਂ ਸੀ। ਜਹ ਅੰਗਰੇਜ਼ ਚਾਰ ਆਨੇ ਲਹਿ, ਜਿੱਥੇ ਅੰਗਰੇਜ਼ ਜਿਹੜੇ ਆ
ਉਹ 4 ਆਨੇ ਲੈਂਦੇ ਨੇ। ਬਿੱਗਾ ਸੋ ਦਮੜਾ ਲੈ ਹੈ। ਤੇ ਭਾਵ ਕਿ ਉਹਨਾਂ ਸਮਿਆਂ 'ਚ ਇੰਨਾ ਕੁ ਟੈਕਸ ਹੁੰਦਾ ਸੀ, ਬਿੱਗੇ ਦਾ 4 ਆਨੇ। ਇਹ ਕਹਿੰਦੇ ਜਿਹੜੇ ਰਾਜੇ ਸੀ ਇਹ ਦਮੜਾ ਲੈਂਦੇ ਹੁੰਦੇ ਸਨ। ਕਾਰ ਬਿਗਾਰ ਵੀਚ ਬਹੁ ਲੂਟੈ, ਤੇ ਉਲਟਾ ਲੋਕਾਂ ਤੋਂ ਵਿਗਾਰ ਦਾ ਕੰਮ ਵੀ ਕਰਾਉਂਦੇ, ਔਰ ਵਿਗਾਰ ਦੇ ਕੰਮ ਵਿੱਚ ਵੀ ਬਹੁਤ ਲੁੱਟਦੇ ਸਨ। ਕਾਰਦਾਰ ਅਧਕੈ ਖੈ ਹੈ। ਫਿਰ ਸਰਕਾਰੀ ਕਰਮਚਾਰੀ ਉਹਨਾਂ ਦੇ, ਉਹ ਵੀ ਬਹੁਤ ਖਾਂਦੇ ਸੀ। ਪਰਜਾ ਬਸੋ ਚਾਹੋ ਉਜੜੋ, ਪਰ ਉਹਨਾਂ ਲਈ ਤਾਂ ਇਹ ਸੀ ਪਰਜਾ ਚਾਹੇ ਬਸ ਜੇ ਚਾਹੇ ਉਜੜ ਜਾਵੇ। ਕਾਰਦਾਰ ਲੁੱਟ ਘਰ ਭਰ ਹੈ। ਪਰ ਜਿਹੜੇ ਰਾਜਿਆਂ ਦੇ ਸਰਕਾਰੀ ਕਰਮਚਾਰੀ ਸਨ ਨਾ, ਉਹ ਪਰਜਾ ਨੂੰ ਲੁੱਟ ਲੁੱਟ ਕੇ ਆਪਣਾ ਘਰ ਭਰ ਰਹੇ। ਪਹਿਲੇ ਨ੍ਰਿਪ ਲੇਤ ਥੇ ਚੱਟੀ। ਜਿਹੜੇ ਪਹਿਲਾਂ ਉਦੋਂ ਰਾਜੇ ਸਨ ਉਹ ਸਗੋਂ ਕਾਰਦਾਰਾਂ ਤੋਂ ਚੱਟੀ ਡੰਡ ਲੈਂਦੇ ਸਨ। ਅਬ ਇਹੋ ਭੀ ਉੱਠ ਗਇਓ ਡਰ ਹੈ। ਹੁਣ ਕਹਿੰਦੇ ਭਾਈ ਅੰਗਰੇਜ਼ਾਂ ਦੇ ਰਾਜ ਵਿੱਚ ਇਹ ਡਰ ਵੀ ਜਿਹੜਾ ਹੈ ਉਹ ਖਤਮ ਹੋ ਗਿਆ ਹੈ। ਯਾਹੀ ਤੈ ਅਬ ਕਾਰਦਾਰ ਬਹੁ। ਇਸੇ ਕਰਕੇ ਕਹਿੰਦੇ ਹੁਣ ਤੁਸੀਂ ਵੇਖੋ ਵੀ ਜਿਹੜੇ ਕਾਰਦਾਰ ਸਰਕਾਰੀ ਕਰਮਚਾਰੀ ਸਨ ਨਾ, ਲੱਖੋਂ ਪਤੀ ਰਹੇ ਬਨ ਹੈ, ਉਹ ਲੱਖਾਂ ਪਤੀ ਬਣ ਰਹੇ। ਕਾਰਦਾਰ ਜਿਸ ਕੇ ਅਤ ਵੱਡ ਹੈ। ਤੋ ਜਿਹਦੇ ਕਹਿੰਦੇ ਕਾਰਦਾਰ ਜਿਹਦੇ ਬਹੁਤੇ ਕਰਮਚਾਰੀ ਵੱਧ ਜਾਂਦੇ ਹਨ। ਕਭੀ ਕੋ ਨ੍ਰਿਪ ਕੋ ਦੁੱਖ ਜਨ ਹੈ। ਉਹ ਫਿਰ ਕਦੇ ਨਾ ਕਦੇ ਰਾਜੇ ਨੂੰ ਦੁੱਖ ਹੀ ਪੈਦਾ ਕਰਦੇ ਨੇ। ਇੱਕ ਤੋਂ ਨਿਰਭੈ ਹੋਇ ਰਈਅਤ ਕੋ। ਇੱਕ ਤਾਂ ਕਹਿੰਦੇ ਇਹ ਬੇਡਰ ਹੋ ਕੇ ਜਿਹੜੀ ਪਰਜਾ ਹੈ ਉਸ ਨੂੰ ਸਮਝ ਪਰਾਈ ਲੁੱਟੇ ਹੈ, ਤੇ ਪਰਜਾ ਨੂੰ ਪਰਾਈ ਸਮਝ ਕੇ ਲੁੱਟਦੇ ਨੇ। ਦੁਤੀ ਨ੍ਰਿਪ ਕੋ ਰਖਤ ਦਬਾਈ। ਤੇ ਦੂਜਾ ਜਿਹੜਾ ਰਾਜਾ ਹੈ ਉਹਨੂੰ ਵੀ ਕਰਮਚਾਰੀ ਦਬਾ ਕੇ ਰੱਖਦੇ ਹੈ। ਨਾਹੇ ਦਬੈ ਤੋ ਘੂਟੈ ਹੈ। ਜੇ ਰਾਜਾ ਨਹੀਂ ਦਬਦਾ ਤਾਂ ਫਿਰ ਤੰਗ ਕਰਦੇ ਆ, ਘੁੱਟਦੇ ਆ। ਜਿਹੜਾ ਹੁਣ ਆਪਾਂ ਕਹਿੰਦੇ ਵੀ ਆਪਾਂ ਸਰਕਾਰਾਂ ਚੁਣਦੇ ਆ ਨਾ, ਅੱਜ ਵੀ ਸਮਾਂ ਇਹ ਹੈ ਕਿ ਵੱਡੇ ਵੱਡੇ ਅਫੀਸਰਾਂ ਦੇ ਮਤ ਬੁੱਧ ਨਾਲ ਹੀ ਜਿਹੜੇ ਆ ਇਹ ਚੁਣੀਆਂ ਸਰਕਾਰਾਂ ਚੱਲਦੀਆਂ। ਤੇ ਜਿਹੜਾ ਸਰਕਾਰੀ ਅਮਲਾ ਹੈ ਅਸਲ ਵਿੱਚ ਇਹ ਹੋਇਆ ਵਾ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ। ਤੇ ਸਰਕਾਰ ਤਾਂ ਕੋਈ ਮੁੱਖ ਮੰਤਰੀ ਬਣ ਜੇ, ਕੋਈ ਮੰਤਰੀ ਬਣ ਜੇ, ਇੱਥੋਂ ਤੱਕ ਕਿ ਹੁਣ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਇਹ ਰਬੜ ਦੀਆਂ ਮੋਹਰਾਂ ਬਣਦੇ ਜਾ ਰਹੇ। ਜਿਹੜਾ ਸਾਰਾ ਕੰਮ ਹੈ ਉਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਅਧੀਨ ਹੈ ਤੇ ਅਮਲਾ ਪ੍ਰਸ਼ਾਸਨ ਉਹਨਾਂ ਦੀ ਮਰਜ਼ੀ ਨਾਲ ਹੀ ਮੱਤ ਦੇ ਰਿਹਾ ਤੇ ਉਸੇ ਤਰ੍ਹਾਂ ਇਹ ਕਰ ਰਹੇ ਨੇ। ਉਹਨਾਂ ਸਮਿਆਂ 'ਚ ਵੀ ਦੇਖੋ ਐਸਾ, ਤੇ ਇਹ ਗੱਲਾਂ ਅੱਜ ਵੀ ਸੱਚ ਹੋ ਰਹੀਆਂ ਜੋ ਗਿਆਨੀ ਜੀ ਕਹਿ ਰਹੇ। ਤਾਂ ਤੇ ਪਹਿਲੇ ਹੀ ਰੱਖਣੇ ਇਮ। ਇਸ ਕਰਕੇ ਜਿਹੜੇ ਪਹਿਲਾਂ ਸਨ ਉਹੀ ਰੱਖਣੇ ਚਾਹੀਏ। ਮਾਲੀ ਜਿਉਂ ਬਾਗੈ, ਉਹੀ ਰੱਖਣੇ ਚਾਹੀਦੇ ਹੋ ਜਿਵੇਂ ਮਾਲੀ ਬਾਗ ਵਿੱਚ ਬਾਗ ਨੂੰ ਪਾਲਦਾ ਹੈ। ਕਰਤ ਉਖਾੜ ਛਿਦੇ ਸੰਗਨਿਓ ਕੋ। ਤੇ ਜਿੱਥੇ ਕੋਈ ਲੋੜ ਹੈ ਉਹ ਪੁੱਟ ਕਰਕੇ ਸੰਘਣਿਆਂ ਨੂੰ ਵਿਰਲੇ ਕਰ ਦਿੰਦਾ ਹੈ। ਤੋੜ ਲੇਤ ਫਲ ਜਬ ਲੱਗੈ। ਤੇ ਜਦੋਂ ਫਲ ਲੱਗਦਾ ਉਦੋਂ ਤੋੜ ਲੈਂਦਾ ਹੈ। ਅੱਤ ਫੈਲੇ ਕੋ ਕਾਟ ਡਾਰ ਹੈ। ਤੇ ਜਿਹੜਾ ਕੋਈ ਬਹੁਤਾ ਫੈਲਿਆ ਉਹਨੂੰ ਉਹਦੀ ਕਟਾਵੜੀ ਛਾਂਟੀ ਕਰਦਾ ਹੈ। ਖੜਾ ਕਰੈ ਜੋ ਗਿਰ ਜਾਈ। ਤੇ ਜਿਹੜਾ ਕੋਈ ਬੂਟਾ ਡਿੱਗ ਪੈਂਦਾ ਉਹਨੂੰ ਖੜਾ ਕਰ ਦਿੰਦਾ ਹੈ। ਰਾਜਨੀਤ ਤਿਉ ਰਾਜਾ ਵਰਤੈ। ਇਸੇ ਤਰ੍ਹਾਂ ਅਗਰ ਕੋਈ ਰਾਜਾ ਰਾਜਨੀਤੀ ਵਿੱਚ ਵਰਤੇ। ਪਾਲੈ ਪਰਜਾ ਫੁਲਵਾਈ। ਤੇ ਪਰਜਾ ਨੂੰ ਫੁੱਲਵਾੜੀ ਵਾਂਗੂ ਪਾਲਣਾ ਕਰੇ। ਮਾਲੀ ਇਆਲੀ ਸਮ ਬਨ ਪਾਲੀ। ਇਉਂ ਭਾਈ ਮਾਲੀ ਤੇ ਇਆੜੀ ਵਾਂਗੂ
ਪਾਲਣ ਵਾਲਾ ਬਣ ਕਰਕੇ। ਖਾਵੈ ਜੈਸੇ ਠੀਕ ਫਵੈ, ਜਿਵੇਂ ਠੀਕ ਲੱਗੇ ਉਸੇ ਤਰ੍ਹਾਂ ਖਾਵੇ। ਧਾਵੜੀਓਂ ਸ਼ੇਰੋਂ ਬਘਿਆੜੋਂ, ਰਾਜੇ ਨੂੰ ਕਹਿੰਦੇ ਧਾਵੜੀਆਂ, ਧਾੜਵੀਓਂ ਸ਼ੇਰੋਂ ਬਘਿਆੜੋਂ, ਧਾੜ ਵੀ ਕਹਿੰਦੇ ਡਾਕੂ, ਸ਼ੇਰ ਬਘਿਆੜਾਂ ਵਾਲੀ। ਕੀ ਬ੍ਰਿਤੀ ਨਹਿ ਗਹਿ ਕਬੈ, ਇਹੋ ਜੀ ਬਿਰਤੀ ਨਹੀਂ ਕਦੇ ਵੀ ਫੜਨੀ ਚਾਹੀਦੀ। ਪੈ ਇਸ ਸਮੇਂ ਬਹੁਤ ਨ੍ਰਿਪੋ ਨੇ, ਪਰ ਗਿਆਨੀ ਜੀ ਕਹਿੰਦੇ ਇਸ ਸਮੇਂ ਬਹੁਤੇ ਰਾਜਿਆਂ ਨੇ ਇਹੀ ਬ੍ਰਿਤ ਰਾਖੀ ਗਹਿ ਹੈ, ਇਹੀ ਬਿਰਤੀ ਫੜ ਰੱਖੀ ਹੈ। ਔਰ ਕੂਕਰੈ ਸਮ ਅਚੂਕਰੈ, ਤੇ ਬਾਕੀ ਜਿਹੜੇ ਇਹਨਾਂ ਦੇ ਕਾਰਦਾਰ ਨੇ ਕਰਮਚਾਰੀ, ਉਹ ਕੁੱਤਿਆਂ ਵਾਂਗੂ ਹੋ ਗਏ। ਸਮ ਅਚੂਕਰੈ ਕਹਿੰਦੇ ਚੂਕਰ ਬਣ ਗਏ, ਸਮ ਕੁੱਤਿਆਂ ਵਾਂਗ। ਕਾਰਦਾਰ ਘੁਰਕੈ ਖਹਿ ਹੈ, ਤੇ ਉਹ ਬਿਨਾਂ ਹੀ ਉੱਕਣ ਤੋਂ ਸਮ ਅਚੂਕਰੈ, ਚੂਕਰੇ ਹੋ ਕੇ ਉੱਕਣ ਤੋਂ ਬਿਨਾਂ ਲਗਾਤਾਰ ਹੀ ਘੁਰਕ ਕੇ ਘੂਰ ਘੂਰ ਕੇ ਖਾਂਦੇ ਹਨ। ਰਾਜੇ ਸ਼ੀਹੀ ਮੁਕੱਦਮ ਕੁੱਤੇ, ਤੇ ਜੋ ਭਾਈ ਗੁਰੂ ਨਾਨਕ ਦੇ ਮਹਾਰਾਜ ਦਾ ਬਚਨ ਹੈ ਕਿ ਰਾਜੇ ਸ਼ੇਰ ਬਣਗੇ ਤੇ ਮੁਕੱਦਮ ਸਰਕਾਰੀ ਕਰਮਚਾਰੀ ਕੁੱਤਿਆਂ ਵਰਗੇ ਹੋ ਗਏ। ਬਚਨ ਗੁਰੂ ਕਾ ਵਰਤੈ ਹੈ, ਇਹੀ ਗੁਰੂ ਨਾਨਕ ਦੇ ਮਹਾਰਾਜ ਦਾ ਹੁਣ ਵਚਨ ਪ੍ਰਤੱਖ ਵਰਤ ਰਿਹਾ ਹੈ। ਯਾਹੀ ਤੈ ਰਈਅਤ ਰਾਜਿਓ ਕੀ, ਇਸੇ ਕਰਕੇ ਜਿਹੜੀ ਪਰਜਾ ਹੈ ਨਾ ਰਾਜਿਆਂ ਦੀ, ਦੁਖੀ ਐਸ ਕਹਿਤੀ ਰਹਿ ਹੈ, ਉਹ ਦੁਖੀ ਹੋ ਕੇ ਇਉਂ ਕਹਿੰਦੇ ਹਨ, ਹੇ ਹਰ ਰਾਜ ਅੰਗਰੇਜ਼ੀ ਥੀਵੈ, ਕਿ ਹੇ ਪਰਮੇਸ਼ਰ ਆ ਅੰਗਰੇਜ਼ੀ ਰਾਜ ਅੰਗਰੇਜ਼ਾਂ ਦਾ ਹੀ ਚੰਗਾ ਹੈ। ਰਾਜਨ ਕੇ ਇਖਤਿਆਰ ਨਸੈ, ਜਿਹੜੇ ਰਾਜਿਆਂ ਦੇ ਇਖਤਿਆਰ ਨੇ ਉਹ ਖਤਮ ਹੋ ਜਾਣ। ਪਰਜਾ ਹੋਏ ਦੁਖੀ ਜਿਸ ਨ੍ਰਿਪ ਕੀ, ਜਿਹੜੇ ਰਾਜੇ ਦੀ ਪਰਜਾ ਦੁਖੀ ਹੁੰਦੀ ਹੈ ਤਾਂ ਕੋ ਧੋਖੇ ਦੋਏ ਗਰਸੈ, ਉਹਨੂੰ ਤਾਂ ਫਿਰ ਦੋਵੇਂ ਪਾਸਿਆਂ ਤੋਂ ਦੁਖੀ ਪਰਜਾ ਨੂੰ ਧੋਖਾ ਜਿਹੜਾ ਦੋਵੇਂ ਗਰਸਦੇ ਨੇ, ਖਾਂਦੇ ਐ। ਇੱਕ ਤੋਂ ਪਾਪ ਪ੍ਰਭੂ ਕੀ ਤਰਫੋਂ, ਇੱਕ ਤਾਂ ਭਾਈ ਜਿਹੜਾ ਕੋਈ ਧੋਖਾ ਦੇਖੋ ਕਿਵੇਂ ਪੈਂਦਾ ਵੀ ਪਾਪ ਕਰਦਾ ਕੋਈ ਰਾਜਾ, ਫਿਰ ਤਾਂ ਉਹਨੂੰ ਪਰਮੇਸ਼ਰ ਦੀ ਤਰਫ ਤੋਂ ਉਹਨੂੰ ਪਾਪ ਲੱਗਦਾ ਹੈ। ਦੁਤੀ ਵਖਤ ਪਰ ਬਿਗਰ ਪਰੈ, ਤੇ ਦੂਜਾ ਜਦੋਂ ਵਖਤ ਪੈ ਜੇ ਰਾਜੇ ਤੇ ਫਿਰ ਪਰਜਾ ਵਿਗੜ ਜਾਂਦੀ ਹੈ ਰਾਜੇ ਨੂੰ। ਤਾਂ ਤੇ ਯਾਦੇ ਦੁੱਖ ਦੇਣਾ ਨਹਿ, ਇਸ ਕਰਕੇ ਭਾਈ ਪਰਜਾ ਨੂੰ ਦੁੱਖ ਨਹੀਂ ਬਹੁਤਾ ਦੇਣਾ ਚਾਹੀਦਾ ਰਾਜਿਆਂ ਨੂੰ। ਭਰਾ ਕਰਾ ਲੈਣਾ ਕੁਤਰ ਹੈ, ਕਹਿੰਦੇ ਇਸ ਕਰਕੇ ਲੈਣਾ ਕੁਤਰ ਹੈ। ਕੁਤਰ ਹੈ ਕਿ ਇਹ ਖੋਟੀ ਤਰ੍ਹਾਂ ਨਾਲ ਮਾਮਲਾ ਲੈਣਾ ਤੇ ਦੁੱਖ ਦੇਣਾ ਚੰਗਾ ਨਹੀਂ। ਕਾਰ ਬਿਹਾਰ ਚੱਲੇ ਜੀ ਹੀ ਜੈ ਹੈ, ਕਾਰ ਵਿਹਾਰ ਤਾਂ ਗਿਆਨੀ ਜੀ ਕਹਿੰਦੇ ਚੱਲਦੇ ਹੀ ਰਹਿਣੇ ਆ। ਤ੍ਰਿਸ਼ਨਾ ਕਬੀ ਨ ਕਾਹੇ ਭਰੀ, ਪਰ ਕਦੇ ਕਿਸੇ ਦੀ ਤ੍ਰਿਸ਼ਨਾ ਨਹੀਂ ਪੂਰੀ ਹੁੰਦੀ ਹੈ। ਅਧਿਕ ਖਾਏ ਤੋ ਅਧਿਕ ਖਰਚ ਹੋਏ, ਹੁਣ ਬਹੁਤਾ ਖਾਵੇਗਾ ਤਾਂ ਬਹੁਤਾ ਖਰਚ ਹੋਵੇਗਾ। ਦ੍ਰਿਸ਼ਟੀ ਰੱਖੈ ਨਿਬਾਹੇ ਖਰੀ, ਇਸ ਕਰਕੇ ਇਹ ਚੰਗੇ ਨਿਰਬਾਹ ਹੋ ਜੇ, ਇਹੀ ਬੰਦੇ ਨੂੰ ਦ੍ਰਿਸ਼ਟੀ ਰੱਖਣੀ ਚਾਹੀਦੀ ਹੈ। ਅਰ ਅਨਸਾਫ ਨ ਸਾਫ ਦੇਤ ਹੈ, ਪਰ ਜਿਹੜੇ ਰਾਜੇ ਨੇ ਕਹਿੰਦੇ ਭਾਈ ਸਾਫ ਇਨਸਾਫ ਨਹੀਂ ਦਿੰਦੇ। ਆਮਲ ਨ੍ਰਿਪਨ ਜੋ ਹੈ, ਜਿੰਨੇ ਅਮਲਾ ਹੈ ਰਾਜੇ ਹਨ। ਅਨਕ ਹਬੂਬ ਬਹਾਨੇ ਥੱਪ ਕੇ, ਇਹ ਤਾਂ ਅਨੇਕਾਂ ਤਰ੍ਹਾਂ ਦੇ ਬਹਾਨੇ ਬਣਾ ਬਣਾ ਕੇ ਲੂਟਤ ਪਰਜਾ ਕੋ ਹੈ, ਤੇ ਪਰਜਾ ਨੂੰ ਲੁੱਟ ਰਹੇ ਹਨ। ਬਾਢੀ ਢਾਡੀ ਲੇਤ ਵੱਡੇ ਲੱਗ, ਇਉਂ ਛੋਟਾ ਵੱਡਾ ਜਿਹੜਾ ਵੀ ਕੋਈ ਕਰਮਚਾਰੀ ਹੈ ਉਹ ਬਹੁਤ ਵੱਡੀਆਂ ਰਿਸ਼ਵਤਾਂ ਲੈ ਰਹੇ। ਕਾਰਦਾਰ ਬਲ ਧਰ ਹੈ, ਜਿੰਨੇ ਕਰਮਚਾਰੀ ਹੈ ਆਪਣਾ ਬਲ ਲਾ ਕੇ। ਪਹਿਲੇ ਨ੍ਰਿਪ ਲੇਤ ਥੇ ਚੱਟੀ,
ਪਹਿਲਾਂ ਜਿਹੜੇ ਰਾਜੇ ਸੀ ਉਹ ਚੱਟੀ ਲੈਂਦੇ ਸਨ ਡੰਡ, ਸੋ ਭੀ ਰਹਿਓ ਨਾ ਡਰ ਹੈ। ਹੁਣ ਕਹਿੰਦੇ ਇਹਨਾਂ ਦੇ ਸਮੇਂ ਕਰਮਚਾਰੀਆਂ ਨੂੰ, ਹੁਣ ਵਾਲੇ ਰਾਜਿਆਂ ਦਾ ਇਹ ਵੀ ਡਰ ਨਹੀਂ ਰਿਹਾ। ਇਸ ਹਿਤ ਆਮਲ ਭਏ ਧਨੀ ਵੱਡ। ਇਸ ਕਰਕੇ ਜਿਹੜੇ ਕਰਮਚਾਰੀ ਨੇ ਉਹ ਤੇ ਬੜੇ ਅਮੀਰ ਹੋ ਗਏ ਐ। ਲੁੱਟ ਲੁੱਟ ਪਰਜਾ ਤਾਈ ਲੁੱਟ ਲੁੱਟ ਕੇ। ਰਾਜਿਓ ਕਾ ਭੈ ਰਹਿਓ ਨਾ ਰਾਈ। ਰਾਜਿਆਂ ਦਾ ਤਾਂ ਹੁਣ ਕੋਈ ਭੋਰਾ ਡਰ ਹੀ ਨਹੀਂ ਰਿਹਾ ਹੈ। ਕਰਤ ਕਿਰਤ ਮਨ ਭਾਈ। ਕਰਮਚਾਰੀ ਮਨ ਭਾਉਂਦੇ ਆਪਣੇ ਕੰਮ ਕਰਦੇ ਨੇ। ਅੰਗਰੇਜ਼ਨ ਕੀ ਓਰ ਪਿੱਖੋ ਸਭ। ਤੇ ਜਿੱਥੇ ਅੰਗਰੇਜ਼ਾਂ ਕੋਲੇ ਆ ਗਿਆ ਕਹਿੰਦੇ ਉਹਨਾਂ ਦੇ ਵੱਲ ਵੇਖੋ। ਤੌਰ ਗੌਰ ਵਿਵਹਾਰ ਚੱਲੇ। ਉਹਨਾਂ ਦਾ ਕੰਮ ਜਿਹੜਾ ਬੜੇ ਚੰਗੇ ਤਰੀਕੇ ਨਾਲ ਚੱਲਦਾ ਹੈ। ਅਰ ਪਰਜਾ ਭੀ ਹੈ ਸਭ ਰਾਜੀ। ਉਹਨਾਂ ਨਾਲ ਹੁਣ ਪਰਜਾ ਵੀ ਸਾਰੀ ਰਾਜੀ ਹੈ। ਦੇਤ ਅਸੀਸੈ ਸਦਾ ਭਲੇ। ਚੰਗੀਆਂ ਹੀ ਹਮੇਸ਼ਾ ਅਸੀਸਾਂ ਦਿੰਦੇ ਹਨ ਦੋਹਰਾ। ਪਰਜਾ ਨ੍ਰਿਪਨ ਕੇ ਕਹੇ ਚਾਲ ਚੱਲਨ ਵਿਵਹਾਰ। ਪਰਜਾ ਜਿਹੜੀ ਹੈ ਰਾਜਿਆਂ ਦੇ ਕਹੇ ਤੋਂ ਚਾਲ ਚੱਲਣ ਕਰਤੱਵ ਵਿਵਹਾਰ ਕਰਦੀ। ਕਰਮ ਧਰਮ ਜੋ ਪਹਿਲ ਥੇ ਅਰ ਅਬ ਕੇ ਸਭ ਕਾਰ। ਤੇ ਜਿਹੜੇ ਕਰਮ ਧਰਮ ਪਹਿਲਾਂ ਸਨ ਹੁਣ ਦੇ ਹਨ ਜਿਹੜੇ ਸਾਰੇ ਕੰਮ ਕੀਤੇ ਸਭ ਹੀ। ਅਬ ਸਿੰਘਨ ਕੇ ਕਹਿਤ ਹੈ ਜਿਨ ਪਰ ਮਮ ਮੰਦਾਰ। ਹੁਣ ਗਿਆਨੀ ਜੀ ਕਹਿੰਦੇ ਮੈਂ ਰਾਜਿਆਂ ਵਾਲੇ ਕਹਿਤੇ ਤੇ ਪਰਜਾ ਦੀ ਗੱਲ ਹੁਣ ਮੈਂ ਸਿੰਘਾਂ ਦੇ ਕਰਮ ਦੱਸਦਾ। ਜਿਨ ਪਰ ਮਮ ਮੰਦਾਰ, ਜਿਨ੍ਹਾਂ ਉੱਤੇ ਮੇਰਾ ਨਿਰਭਰ, ਮੈਂ ਜਿਨ੍ਹਾਂ ਦੇ ਆਸਰੇ ਮੈਂ ਹਾਂ। ਗਿਆਨੀ ਜੀ ਕਹਿੰਦੇ ਵੀ ਮੈਨੂੰ ਤਾਂ ਜਿਨ੍ਹਾਂ ਦਾ ਆਸਰਾ ਹੈ ਗੁਰੂ ਕੇ ਸਿੰਘਾਂ ਦਾ, ਹੁਣ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਦੱਸਦਾ। ਜਿਨ ਐਸੇ ਬੜ ਅਮਨ ਮੈਂ ਨਹਿ ਕਿਛ ਗਹਿਓ ਸੁਧਾਰ। ਦੇ ਜਿਨ੍ਹਾਂ ਨੇ ਕਹਿੰਦੇ ਸਿੰਘਾਂ ਕੋਲੇ ਰਾਜ ਆਇਆ ਤੇ ਐਸੇ ਅਮਨ ਦੇ ਵਿੱਚ ਵੀ ਉਹਨਾਂ ਆਪਣਾ ਕੋਈ ਸੁਧਾਰ ਨਹੀਂ ਕੀਤਾ। ਬਲ ਕੈ ਲਿਓ ਬਿਗਾੜ ਬਹੁ ਬੇਇਤਫਾਕੀ ਸਾਥ। ਬਲਕਿ ਆਪਸ ਵਿੱਚ ਬੇਇਤਫਾਕੀਆਂ ਵੀ ਕਰ ਲੀਆਂ। ਇਸ ਕਰਕੇ ਬੇਇਤਫਾਕੀਆਂ ਨਾਲ ਬਹੁਤਾ ਕੰਮ ਵਿਗਾੜ ਵੀ ਲਿਆ। ਦੀਪਕ ਸਹਿ ਰਬ ਪਿਖਨ ਜਿਉ ਤਿਉ ਕਹਿਨੀ ਇਹੋ ਗਾਥ। ਕਹਿੰਦੇ ਜਿਹੜੀ ਮੈਂ ਗੱਲ ਕਹਿਣ ਲੱਗਿਆ ਇਹ ਹੈ ਤਾਂ ਭਾਈ ਇਉਂ ਜਿਵੇਂ ਕੋਈ ਦੀਵਾ ਲੈ ਕੇ ਸੂਰਜ ਨੂੰ ਵੇਖਣ ਦੀ ਕੋਸ਼ਿਸ਼ ਕਰੇ। ਦੀਵਾ ਸੂਰਜ ਨੂੰ ਦਿਖਾਉਣਾ, ਸੂਰਜ ਮੂਹਰੇ ਦੀਵੇ ਦਾ ਕੀ ਹੈ ਵੀ ਮੈਂ ਤਾਂ ਇੰਨੀ ਕੀ ਗੱਲ ਹੈ, ਦਿਖਾ ਤਾਂ ਸੂਰਜ ਨੂੰ ਦੀਵਾ ਹੀ ਰਿਹਾ। ਦੀਪਕ ਸਹਿ ਰਬ ਪਿਖਨ ਜਿਉ ਤਿਉ ਕਹਿਨੀ ਹੋਗਾ, ਉਸੇ ਤਰ੍ਹਾਂ ਮੈਂ ਉਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਤੁਰਕ ਤੇਜ ਰਬ ਤਪ ਰਹਿਓ ਜਬ ਥਾ ਜੇਠ ਸਮਾਨ। ਤੁਰਕਾਂ ਦਾ ਜਦੋਂ ਭਾਈ ਤੇਜ ਰੂਪੀ ਸੂਰਜ ਤਪ ਰਿਹਾ ਸੀ ਜੇਠ ਮਹੀਨੇ ਦੇ ਵਾਂਗੂ। ਗਿਲਜੇ ਗਜ ਖੂਨੀ ਘਨੇ ਲਾਖ ਲਾਖ ਲੌਆਨ। ਜਿਹੜੇ ਗਿਲਜੇ ਸੀ ਬਹੁਤ ਖੂਨੀ ਹਾਥੀਆਂ ਵਰਗੇ, ਲੱਖਾਂ ਹੀ ਲੱਖਾਂ ਆ ਕੇ ਸਾਖ ਸਿੱਖੀ ਕੋ ਚਾਖ ਤੇ ਦਲ ਮਲ ਤੇ ਬਲ ਠਾਨ। ਜਿਹੜੇ ਸਿੱਖੀ ਰੂਪੀ ਖੇਤੀ ਨੂੰ ਖਾ ਜਾਂਦੇ ਸੀ ਤੇ ਆਪਣੀ ਜ਼ੋਰ ਤਾਕਤ ਨਾਲ ਦਲਮਲ ਸੁੱਟਦੇ ਸਨ। ਐਸੇ ਸਖਤ ਕੁਵਖਤ ਮੈਂ ਪਹਿਲੇ ਸਿੰਘ ਕਿਰਸਾਨ। ਤੋ ਐਸੇ ਭਾਈ ਬਹੁਤ ਮਾੜੇ ਤੇ ਸਖਤ ਸਮੇਂ ਦੇ ਵਿੱਚ ਪਹਿਲਾਂ ਜਿਹੜੇ ਸਿੰਘ ਰੂਪੀ ਕਿਰਸਾਨ ਨੇ। ਭਏ ਅਜਬ ਨਿਜ ਮਜਬ ਜਿਨ ਖੇਤ ਸਬਜ ਰੱਖ ਲੀਨ। ਉਹ ਕਹਿੰਦੇ ਦੇਖੋ ਗਿਲਜਿਆਂ ਦੇ ਸਮੇਂ ਐਸੇ ਜ਼ੁਲਮ ਦੇ ਵਿੱਚ ਵੀ ਉਸ ਚਰਜ ਸੀ ਸਿੰਘ ਜਿਨ੍ਹਾਂ ਨੇ ਆਪਣਾ ਧਰਮ ਮਜਬ ਰੂਪੀ ਜਿਹੜਾ ਖੇਤ ਹੈ ਉਹ ਹਰਾ ਭਰਾ ਰੱਖਿਆ, ਧਰਮ ਤੋਂ ਨਹੀਂ ਡੋਲੇ। ਬਲ ਕੈ ਫੈਲਾਇਓ ਫੁੱਲਿਓ ਫਬਿਓ ਫਲਿਓ ਰਸ ਪੀਨ।
ਕਹਿੰਦੇ ਸਗੋਂ ਭਾਈ ਉਹਨਾਂ ਦੇ ਤਾਂ ਧਰਮ ਨੂੰ ਫਲਾਇਆ, ਚੰਗਾ ਧਰਮ ਫੁੱਲਿਆ ਫਵਿਆ ਫਲਿਆ, ਚੰਗਾ ਰਸ ਵਿੱਚ ਭਿੱਜੇ। ਉਨਹੀ ਕਹਿ ਪ੍ਰਤਾਪ ਤੈ ਤਾਪ ਤਰੁਕੈ ਭਇਓ ਹਾਨ। ਇਹ ਉਹਨਾਂ ਸਿੰਘਾਂ ਦਾ ਹੀ ਤੇਜ ਪ੍ਰਤਾਪ ਸੀ ਜਿਨ੍ਹਾਂ ਕਰਕੇ ਤੁਰਕਾਂ ਦੇ ਜ਼ੁਲਮ ਰੂਪੀ ਤਾਪ ਦਾ ਨਾਸ਼ ਹੋਇਆ। ਪਾਇਆ ਸੁਖ ਛਾਇਆ ਵਿਖੈ ਖਾਇਆ ਫਲ ਹਿੰਦਵਾਨ। ਇਹ ਸਿੰਘਾਂ ਨੇ ਹੀ ਇਸ ਦੇਸ਼ ਤੇ ਕਿਰਪਾ ਕੀਤੀ ਕਿ ਪਾਇਆ ਸੁਖ ਛਾਇਆ ਵਿਖੇ। ਸਿੰਘਾਂ ਨੇ ਰੱਖਿਆ ਕੀਤੀ, ਰੱਖਿਆ ਰੂਪੀ ਛਾਂ ਦੇ ਵਿੱਚ ਫਿਰ ਹਿੰਦੁਸਤਾਨ ਦੇ ਵਾਸੀਆਂ ਨੇ ਸੁਖ ਰੂਪੀ ਫਲ ਛਕਿਆ, ਖਾਧਾ, ਆਨੰਦ ਮਾਣਿਆ। ਸਿੰਧ ਹੁਕਮ ਤੁਰ ਕਿੰਦ ਮੈਂ ਪੋਤ ਹਿੰਦ ਡੂਬੰਤ। ਜਿਹੜੇ ਭਾਈ ਸਿੰਧ ਹੁਕਮ ਤੁਰ ਕਿੰਦ ਮੈਂ, ਜਿਹੜੇ ਤੁਰਕ ਰਾਜੇ ਸਨ ਨਾ, ਉਹਨਾਂ ਦੇ ਹੁਕਮ ਰੂਪੀ ਸਮੁੰਦਰ ਵਿੱਚ ਇਹ ਹਿੰਦੂ ਧਰਮ ਰੂਪੀ ਜਹਾਜ਼ ਡੁੱਬ ਰਿਹਾ ਸੀ। ਉਹਨੇ ਸਚਾਹੇ ਮਲਾਹੇ ਬਨ ਲਿਓ ਉਬਾਰ ਤੁਰੰਤ। ਪਰ ਉਹ ਸਿੰਘ ਐਸੇ ਜਿਨ੍ਹਾਂ ਨੇ ਸੱਚੇ ਮਲਾਹ ਬਣ ਕੇ ਇਹਨੂੰ ਭਾਈ ਫਿਰ ਡੁੱਬਦੇ ਜਹਾਜ਼ ਨੂੰ ਛੇਤੀ ਬਚਾ ਲਿਆ। ਹਿੰਦੂ ਅਰ ਸਿੰਘ ਅਬ ਕਛੂ ਜੋ ਹੈ ਜਗਤ ਮਝਾਰ। ਜਿੰਨੇ ਹਿੰਦੂ ਤੇ ਸਿੰਘ ਹੁਣ ਕੁਝ ਜਗਤ ਦੇ ਵਿੱਚ ਹਨ, ਵਿਖੀਅਤ ਉਨਕੀ ਕਿਰਪਾ ਤੈ ਹੁਤੇ ਤੁਰਕ ਨਤ ਸਾਰ। ਇਹ ਕਹਿੰਦੇ ਭਾਈ ਉਹਨਾਂ ਸਿੰਘਾਂ ਦੀ ਕਿਰਪਾ ਨਾਲ ਹੀ ਹੈ, ਨਹੀਂ ਤਾਂ ਹੁਣ ਨੂੰ ਸਾਰੇ ਤੁਰਕ ਹੋ ਜਾਂਦੇ ਜੇ ਉਹ ਕਿਤੇ ਸਿੰਘ ਸ਼ਹੀਦੀਆਂ ਨਾ ਦਿੰਦੇ। ਔਕਤ ਖੇਤ ਸਿੰਘਾਨ ਕੋ ਲਹਿ ਲਹਾਤ ਥਾ ਜੋਏ। ਤੋ ਜਿਹੜੇ ਸਿੰਘਾਂ ਦੀ ਗੱਲ ਕੀਤੀ ਹੈ ਗਿਆਨੀ ਜੀ ਕਹਿੰਦੇ ਉਹਨਾਂ ਨੇ ਭਾਈ ਜਿਹੜਾ ਮਜ਼ਹਬ ਧਰਮ ਰੂਪੀ ਖੇਤ ਜੋ ਬੜਾ ਪ੍ਰਫੁੱਲਤ ਹੋ ਰਿਹਾ ਸੀ, ਅਬ ਕੇ ਲਾਇਕ ਅਸ ਭਏ ਦੀਏ ਵਿਰਾਨ ਕਰ ਸੋਏ। ਤੇ ਹੁਣ ਵਾਲੇ ਇਹੋ ਜਿਹੇ ਲਾਇਕ ਜੰਮੇ ਗਿਆਨੀ ਜੀ ਕਹਿੰਦੇ ਉਹਨਾਂ ਦਾ ਬਣਾਇਆ ਹੋਇਆ ਹਰਾ ਭਰਾ ਖੇਤ ਇਹਨਾਂ ਨੇ ਬਰਾਨ ਕਰ ਦਿੱਤਾ ਸਾਰਾ। ਤਾਂ ਤੇ ਪਹਿਲੇ ਸਿੰਘਨ ਕੇ ਔਰ ਮੱਧ ਕੇ ਅਬ ਕੇਰ। ਤੇ ਇਹਨੂੰ ਹੁਣ ਗਿਆਨੀ ਜੀ ਨੇ 3 ਹਿੱਸਿਆਂ 'ਚ ਵੰਡਿਆ। ਕਹਿੰਦੇ ਜਿਹੜੇ ਤਾਂ ਭਾਈ ਪਹਿਲਾਂ ਦੇ ਸਿੰਘ ਉਹ ਤੇ ਔਰ ਮੱਧ ਕੇ, ਫਿਰ ਜਿਹੜੇ ਵਿੱਚ ਵਿਚਾਲੇ ਹੋਏ ਉਹ ਆਬ ਕੇਰ, ਤੇ ਜਿਹੜੇ ਹੁਣ ਦੇ ਸਮੇਂ ਦੇ ਆ। ਇਹਨਾਂ ਤਿੰਨਾਂ 'ਚ ਕੀ ਫਰਕ ਸੀ? ਲਖਨ ਕਿੰਚਤ ਕਹਿਤ ਹੋ ਸਹੀ ਸਹੀ ਲਿਹੋ ਹੇਰ। ਗਿਆਨੀ ਜੀ ਕਹਿੰਦੇ ਮੈਂ ਥੋੜੇ ਜਿਹੇ ਲੱਛਣ ਦੱਸਦਾ, ਉਹ ਭਾਈ ਤੁਸੀਂ ਠੀਕ ਠੀਕ ਵੇਖ ਲੈਣੇ। ਕਬਿਤ ਸ੍ਰੀ ਗੁਰੂ ਦਸਵੇਂ ਸੈ ਬੰਦੇ ਪਰਯੰਤ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ ਤੋਂ ਤੇ ਫਿਰ ਭਾਈ ਬਾਬਾ ਬੰਦਾ ਸਿੰਘ ਜੀ ਦੇ ਸਮੇਂ ਬੇਅੰਤ ਸਿੰਘ ਥੀਏ ਜੋ ਸੋ ਚਾਲ ਐਸ ਥੇ ਚੱਲੇ। ਬਹੁਤ ਸਿੰਘ ਹੋਏ ਜਿਹੜੇ ਭਾਈ ਉਹ ਪੁਰਾਤਨ ਸਿੰਘ ਇਹੋ ਜੀਆਂ ਚਾਲ ਮਰਜ਼ਾਦਾ ਵਿੱਚ ਚੱਲੇ। ਤਨ ਮਨ ਧਨ ਤਿਨੈ ਅਰਪੇ ਥੇ ਗੁਰੂ ਹਿਤ। ਉਹਨਾਂ ਨੇ ਭਾਈ ਆਪਣਾ ਤਨ ਮਨ ਧਨ ਗੁਰੂ ਨੂੰ ਸਮਰਪਿਤ ਕੀਤਾ ਸੀ, ਗੁਰੂ ਹਿਤ ਅਰਪਣ ਕੀਤਾ ਹੋਇਆ ਸੀ। ਰਾਖ ਬੇਕੂ ਹਿੰਦ ਜਿੰਦ ਦੈਨ ਚਾਹੈ ਥੇ ਭਲੇ। ਉਹ ਹਿੰਦ ਵਾਸੀਆਂ ਦੀ ਰੱਖਿਆ ਦੇ ਵਾਸਤੇ ਆਪਣੀ ਜਾਨ ਦੇਣੀ ਚੰਗੀ ਸਮਝਦੇ ਸੀ। ਲੋਭ ਰਾਜ ਸਾਜ ਕਾ ਨਾ ਵਿਆਪੇ ਉਦ ਰਾਜ ਤਿਨੈ। ਉਹਨਾਂ ਨੂੰ ਭਾਈ ਰਾਜ ਸਾਜ ਦਾ ਕੋਈ ਬਹੁਤਾ ਲੋਭ ਨਹੀਂ ਸੀ ਲੱਗਿਆ। ਸਮਰੈ ਪੈ ਕਮਰੈ ਕਸੀ ਥੀ ਅਮਰੈ ਵਲੇ। ਉਹਨਾਂ ਨੇ ਤਾਂ ਜੰਗ ਯੁੱਧ ਵਾਸਤੇ ਤੇ ਅਮਰ ਹੋਣ ਵਾਸਤੇ ਕਮਰ ਕਸੇ ਕੀਤੇ ਹੋਏ ਸਨ। ਜਾਤ ਸਤ ਤਪ ਜਪ ਤੋਖ ਧਾਰੀ ਉਪਕਾਰੀ। ਉਹ ਜਤੀ ਸਤੀ ਸੀ, ਤਪੀ ਸਨ, ਜਪ ਵਾਲੇ ਸੀ ਔਰ ਸੰਤੋਖੀ ਤੇ ਪਰਉਪਕਾਰੀ ਸਨ।
ਪਾਰੀ ਗੁਰ ਸਿੱਖੀ ਵਾਰੀ ਭਾਰੀ ਸਹਿ ਕੈ ਕਲੇ। ਤੇ ਉਹਨਾਂ ਨੇ ਦੇਖੋ ਗੁਰਸਿੱਖੀ ਰੂਪੀ ਬਾਗ ਬਗੀਚੀ ਨੂੰ ਪਾਲਿਆ। ਗਿਆਨੀ ਜੀ ਕਹਿੰਦੇ ਵੱਡੇ ਵੱਡੇ ਦੁੱਖ ਕਲੇਸ਼ ਸਹਾਰ ਕੇ ਵੀ ਸਿੱਖੀ ਨੂੰ ਪ੍ਰਫੁੱਲਤ ਕਰਦੇ ਰਹੇ। ਫੇਰ ਬੰਦੇ ਪਾਛੇ ਭੀ ਰਹਾਏ ਸੋ ਥਵਾਏ ਆਛੇ। ਫਿਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਹੜੇ ਰਹੇ ਉਹ ਵੀ ਗਿਆਨੀ ਜੀ ਕਹਿੰਦੇ ਚੰਗੇ ਰਹੇ। ਥਵਾਏ ਆਛੇ, ਉਹ ਵੀ ਵਧੀਆ ਰਹੇ। ਐ ਪੈ ਰਾਜ ਸਾਜ ਬਾਂਛੇ ਸ਼ਤਰੂ ਬਿਦਰਨੇ। ਕਿਉਂ ਚੰਗੇ ਹੋਏ ਰਾਜ ਸਾਜ ਦੀ ਇੱਛਾ ਨਾਲ ਫਿਰ ਦੁਸ਼ਮਣਾਂ ਨੂੰ ਮਾਰਦੇ ਰਹੇ। ਕਰ ਕਰ ਜੰਗ ਘੋਰ ਜੋਰ ਤੁਰਕਾਨੀ ਤੋਰ। ਉਹਨਾਂ ਨੇ ਭਿਆਨਕ ਜੰਗ ਕਰ ਕਰਕੇ ਤੁਰਕਾਂ ਦੇ ਬਲ ਜੋਰ ਨੂੰ ਤੋੜਿਆ। ਰੱਖਿਓ ਧਰਮ ਹਿੰਦ ਪੰਥ ਨਿਜ ਪਰਨੇ। ਤੇ ਭਾਈ ਹਿੰਦ ਵਾਸੀਆਂ ਦੇ ਧਰਮ ਨੂੰ ਪੰਥ ਨੇ ਆਪਣੇ ਆਸਰੇ ਦੇ ਉੱਪਰ ਰੱਖਿਆ। ਰਾਜ ਲਿਓ ਜਗ ਮੈਂ ਬਜੋਰ ਸ਼ਮਸ਼ੇਰ ਫਿਰ ਭਾਈ ਸ਼ਮਸ਼ੇਰ ਤਲਵਾਰ ਦੇ ਜ਼ੋਰ ਨਾਲ ਉਹਨਾਂ ਸਿੰਘਾਂ ਨੇ ਜਿਹੜਾ ਰਾਜ ਲਿਆ। ਚਾਲੇ ਨੇਕ ਮਗ ਮੈਂ ਬਸਾਲੇ ਹਾ ਭਜ ਹਰਨੇ। ਤੇ ਬਹੁਤ ਸਿੰਘ ਇਉਂ ਭਾਈ ਸ਼ੁਭ ਮਾਰਗ ਤੇ ਪਰਮੇਸ਼ਰ ਦੇ ਭਜਨ ਕਰਨ ਵਾਲੇ ਮਾਰਗ ਤੇ ਚੱਲੇ। ਵੀਰ ਧੀਰ ਥੇ ਕਮਾਲੇ ਸੂਦੇ ਸਾਦੇ ਭੋਲੇ ਭਾਲੇ। ਚੰਗੇ ਯੋਧੇ ਧੀਰਜਵਾਨ ਐਨ ਕਮਾਲ ਦੇ ਸਨ। ਸੁੱਧੇ ਸਾਦੇ ਭੋਲੇ ਭਾਲੇ ਸਨ। ਜੰਗ ਦਾਨ ਭਗਤੀ ਸੰਭਾਲੇ ਧੀਨ ਕਰਨੇ। ਇਹ ਤਿੰਨ ਕੰਮ ਉਹਨਾਂ ਨੇ, ਇੱਕ ਜੰਗ, ਦੂਜਾ ਦਾਨ ਕਰਨਾ ਤੇ ਤੀਜਾ ਭਗਤੀ ਕਰਨਾ। ਇਹ ਤਿੰਨ ਕੰਮ ਕਰਨੇ ਸੰਭਾਲ ਲਏ ਸੀ। ਕਾਮ ਕੋਹ ਲੋਭ ਮੋਹ ਮਦ ਮਤ ਸਰ ਛੋਹ। ਉਹਨਾਂ ਵਿੱਚ ਐਸਾ ਕੁਝ ਨਹੀਂ ਸੀ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਖੋਭ ਕਿਸੇ ਨਾਲ, ਕੂੜ ਛਾਲ ਦੰਭ ਦੋਹ, ਦੀਨਤਾ ਕਮੀਨਤਾ। ਕੋਈ ਉਹਨਾਂ 'ਚ ਝੂਠ ਨਹੀਂ ਸੀ, ਛਲ ਨਹੀਂ ਸੀ, ਦੰਭ ਨਹੀਂ ਸੀ, ਧੋਖਾ ਨਹੀਂ ਸੀ, ਕਿਸੇ ਦੀ ਅਧੀਨਤਾ ਨਹੀਂ ਸੀ, ਨੀਚਪੁਣਾ ਨਹੀਂ ਸੀ। ਇਤਿਆਦ ਔਗੁਣੋਂ ਕੇ ਤਿਆਗੀ ਥੇ ਅਦਾਗੀ। ਇਸ ਤਰ੍ਹਾਂ ਦੇ ਜਿਹੜੇ ਔਗਣ ਸੀ ਨਾ, ਉਹਨਾਂ ਦੇ ਉਹ ਤਿਆਗਵਾਨ ਸੀ ਤੇ ਕਲੰਕ ਤੋਂ ਰਹਿਤ ਸਨ। ਵੱਡ ਭਾਗੀ ਅਨੁਰਾਗੀ ਦੈਵ ਗੁਣ ਲੋ ਪ੍ਰਬੀਨਤਾ। ਤੇ ਬੜੇ ਵੱਡੇ ਭਾਗਾਂ ਵਾਲੇ ਸੀ। ਚੰਗੇ ਭਾਈ ਜਿਹੜੇ ਪ੍ਰੇਮੀ ਸਨ, ਪ੍ਰਬੀਨ ਸਿਆਣੇ, ਸ਼ੁਭ ਗੁਣਾਂ ਦੇ ਪ੍ਰੇਮ ਕਰਨ ਵਾਲੇ ਸੀ। ਧਨੀ ਦੇਗ ਤੇਗ ਕੇ ਥੇ ਬੇਗ ਹੀ ਪ੍ਰਸੰਨ ਹੋਤੇ। ਔਰ ਦੇਗ ਤੇਗ ਦੇ ਬਹੁਤ ਧਨੀ ਸਨ, ਬੇਗ ਹੀ ਪ੍ਰਸੰਨ ਹੋਤੇ, ਔਰ ਬਹੁਤ ਹੀ ਪ੍ਰਸੰਨ ਰਹਿੰਦੇ ਸਨ। ਭਗਤ ਅਨੰਨ ਸਿੱਖੀ ਤਿੱਖੀ ਕੇ ਅਧੀਨਤਾ। ਆਨਨ ਭਗਤ ਹੋ ਕੇ ਤਿੱਖੀ ਸਿੱਖੀ ਦੇ ਅਧੀਨ ਰਹਿੰਦੇ ਸੀ। ਅਨਨ ਹੁੰਦਾ ਹੈ ਕਿ ਇੱਕ ਦਾ ਬਣ ਕੇ ਰਹਿਣਾ, ਉਹਨੂੰ ਕਿਹਾ ਜਾਂਦਾ ਅਨਨ ਭਗਤ। ਹੋਰ ਨਾਲ ਸੰਬੰਧ ਨਾ ਰੱਖਣਾ, ਇੱਕ ਤੋਂ ਛੁੱਟ ਦੂਜੇ ਨੂੰ ਜਾਣਨਾ ਮਨਾ, ਇੱਕ ਦਾ ਪਾਸ਼ਕ, ਉਹਨੂੰ ਅਨਨ ਭਗਤ ਕਹਿੰਦੇ ਆ। ਜਿਵੇਂ ਆਰਤ ਭਗਤ ਹੈ, ਇਸ ਤਰ੍ਹਾਂ 4 ਤਰ੍ਹਾਂ ਦੇ ਗ੍ਰੰਥਾਂ ਵਿੱਚ ਭਗਤ ਦੱਸੇ ਨੇ। ਫਿਰ ਗਿਆਨੀ ਭਗਤ ਹੈ, ਅਨਨ ਭਗਤ ਹੈ। ਕੋਈ ਦੁਖੀ ਹੋ ਕੇ ਭਗਤੀ ਕਰਨ ਲੱਗਿਆ, ਇੱਕ ਕੋਈ ਇੱਛਾ ਸਹਿਤ ਭਗਤੀ ਕਰਨ ਲੱਗ ਗਿਆ। ਇੱਕ ਗੁਰਮੁਖੋ ਅਨਨ ਭਗਤ ਹੈ ਕਿ ਜਿਸ ਦਾ ਬਣ ਗਿਆ ਉਸ। ਇੱਕ ਗਿਆਨੀ ਭਗਤ ਜਿਵੇਂ ਗੁਰਸਿੱਖਾਂ ਵਿੱਚ ਆ ਗਏ, ਫਿਰ ਜਿਵੇਂ ਬਾਬਾ ਬੁੱਢਾ ਜੀ ਹੋਏ ਤੇ ਬਾਬਾ ਦੀਪ ਸਿੰਘ ਜੀ ਹੋਏ, ਇਹ ਗਿਆਨੀ ਭਗਤਾਂ ਚ ਆ ਗਏ। ਪਹਿਲਾਂ ਗਿਆਨਵਾਨ ਕਰਤਾ ਮਹਾਰਾਜ ਨੇ, ਬ੍ਰਹਮ ਗਿਆਨ ਬਖਸ਼ਤਾ, ਫਿਰ ਵੀ ਭਗਤੀ ਕਰੀ ਗਏ। ਇਹਨਾਂ ਨੂੰ ਗਿਆਨੀ ਭਗਤ ਕਹਿੰਦੇ ਆ। ਤੋ ਇੱਥੇ ਆ ਗਿਆ ਆਨੰਦ ਭਗਤੀ ਦਾ ਕਿ ਭਾਈ ਪੂਰੇ ਆਨੰਦ ਭਗਤ ਸਨ। ਜਾਗ ਵੱਡੀ ਰਾਤ ਤੈ ਬਖਿਆਤ ਤੈ ਪੜ੍ਹਤ ਬਾਣੀ। ਵੱਡੀ ਰਾਤੋਂ ਜਾਗ ਪੈਂਦੇ, ਪ੍ਰਤੱਖ ਉੱਚੀ ਆਵਾਜ਼ ਨਾ ਬਾਣੀ ਪੜ੍ਹਦੇ। ਸੰਤਨ ਕੇ ਮਾਨੀ ਥੇ ਸਪ੍ਰੇਮ ਨੇਮ ਪੀਨਤਾ। ਸੰਤ ਪੁਰਸ਼ਾਂ ਦੇ ਮੰਨਣ ਵਾਲੇ ਸੀ, ਸਤਿਕਾਰ ਕਰਦੇ ਸੀ,
ਬਹੁਤ ਪ੍ਰੇਮੀ ਤੇ ਨੇਮੀ ਸਨ। ਗੁਰੂ ਗ੍ਰੰਥ ਪੰਥ ਨਿਜ ਸੰਤ ਬਿਨ ਔਰ ਕਾਹੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਕਾ ਪੰਥ ਤੇ ਆਪਣੇ ਪੰਥ ਦੇ ਸੰਤ ਭਾਵ ਸਿੱਖ ਸੰਤਾਂ ਤੋਂ ਬਿਨਾਂ ਕਿਸੇ ਹੋਰ ਨੂੰ ਠੌਰ ਨਾ ਨਵਾਤੇ ਸੀਸ ਬਾਤੇ ਜਗ ਕੀ ਹਿਤੈ। ਹੋਰ ਕਿਤੇ ਵੀ ਸਿਰ ਨਹੀਂ ਸੀ ਨਵਾਉਂਦੇ ਸਿੱਖ ਦੁਨਿਆਵੀ ਕਿਸੇ ਗੱਲ ਦੇ ਵਾਸਤੇ। ਕੰਚਨੀ ਕੁਬੰਚਨੀ ਪਰਪੰਚਨੀ ਛਨਾਰ ਨਾਰ। ਕੰਚਨੀ ਕੁਬੰਚਨੀ ਵਿਸ਼ਿਆਂ ਨੂੰ ਵੀ ਠੱਗਣ ਵਾਲੀ, ਪਰਪੰਚਨੀ ਛਨਾਰ ਨਾਰ ਬੇਵਿਚਾਰਨ ਇਸਤਰੀ ਨੂੰ ਛਲ ਕਰਨ ਵਾਲੀ ਸਮਝਦੇ ਸਨ। ਮਾਇਆ ਸੰਚਨੀ ਨਾ ਕਾਰ ਲੰਗਰ ਲਗਾ ਦਿੱਤੇ ਤੇ ਮਾਇਆ ਨੂੰ ਇਕੱਠੀ ਨਹੀਂ ਸੀ ਕਰਦੇ। ਮਾਇਆ ਆ ਜਾਂਦੀ ਲੰਗਰ ਕਾਰ ਸੇਵਾ ਚ ਲਾ ਦਿੰਦੇ ਸਨ। ਅਧਿਕਾਈ ਸਿੱਖ ਤਾਈ ਸਕੇ ਭਾਈ ਤੈ ਲਿਖਾਈ। ਫਿਰ ਸਿੱਖ ਤਾਈ ਸਕੇ ਭਰਾ ਤੋਂ ਵੀ ਵੱਧ ਜਾਣਦੇ ਸੀ ਕੋਈ ਸਿੱਖ ਨੂੰ। ਸੇਵਕਾਈ ਕਰਤੇ ਸਾ ਧਨ ਤਨ ਦੈ ਚਿਤੇ। ਧਨ ਤੇ ਤਨ ਔਰ ਚਿੱਤ ਦੇ ਕੇ ਪੂਰਾ ਸੇਵਕ ਭਾਵਨਾ ਨਾਲ ਕਰਮ ਕਰਦੇ ਸੀ। ਭਾਰੀ ਉਪਕਾਰੀ ਤੈ ਉਦਾਰੀ ਕੀਰਤੀ ਪਿਆਰੀ। ਵੱਡੇ ਪਰਉਪਕਾਰੀ ਸਨ ਔਰ ਪਰਮੇਸ਼ਰ ਦੀ ਬੰਦਗੀ ਰੂਪੀ ਸ਼ੁਭ ਕੀਰਤੀ ਉਹਨਾਂ ਸਿੰਘਾਂ ਨੂੰ ਪਿਆਰੀ ਲੱਗਦੀ ਸੀ। ਸੰਤ ਸੰਗ ਚਾਰੀ ਕੈ ਜਨਮ ਲਾਭ ਥੇ ਲਿਤੇ। ਫਿਰ ਭਾਈ ਸੰਤਾਂ ਦੀ ਸੰਗਤ ਵਿੱਚ ਵਿਚਰਦੇ ਸੀ, ਆਪਣੇ ਜਨਮ ਦਾ ਲਾਭ ਪ੍ਰਾਪਤ ਕਰਦੇ ਸਨ। ਪਰਤੀਆ ਮਾਤ ਧੀਆਂ ਭਗਨੀ ਲਖੀਆ ਕਰੈ। ਪਰਾਈ ਇਸਤਰੀ ਨੂੰ ਮਾਂ ਧੀ ਤੇ ਭੈਣ ਜਾਣਦੇ ਸਨ। ਬੀਆ ਬਿਤ ਹੇਰ ਕੀਆ ਹੀਆ ਨਾ ਚੁਰਾਨੇ ਤੇ। ਔਰ ਪਰਾਇਆ ਧਨ ਵੇਖ ਕੇ ਚੁਰਾਉਣ ਦਾ ਹਿਆ ਨਹੀਂ ਸੀ ਕਰਦੇ। ਪਾਰ ਤੈ ਪਰਨ ਸ਼ਰਨਾਗਤੈ ਸਦੀਵ ਦਿੜ। ਜਿਹੜਾ ਕੋਈ ਸ਼ਰਨ ਆ ਜਾਂਦਾ ਸੀ ਉਹਨਾਂ ਦੇ ਵਾਸਤੇ ਉਹਨਾਂ ਨੂੰ ਫਿਰ ਪੱਕਾ ਪਰਨ ਕਰਕੇ ਪਾਲਦੇ ਸਨ। ਹਰਨ ਅਰਨ ਢਿਗ ਮਰਨ ਪਛਾਨੇ ਥੇ। ਔਰ ਦੁਸ਼ਮਣ ਨੂੰ ਮਾਰਦੇ ਔਰ ਆਪਣਾ ਮਰਨਾ ਜਿਹੜਾ ਸੀ ਬੜਾ ਨੇੜੇ ਜਾਣਦੇ ਸੀ। ਰਾਖ ਤੇ ਭਰੋਸਾ ਪੂਰਾ ਗੁਰੂ ਕਰਤਾਰ ਪਰ। ਫਿਰ ਭਾਈ ਗੁਰੂ ਪਰਮੇਸ਼ਰ ਤੇ ਆਪਣਾ ਪੂਰਨ ਭਰੋਸਾ ਰੱਖਦੇ ਸਨ। ਨਿਜ ਕਰਨੀ ਕੋ ਨੀਕੋ ਨਾ ਹੰਕਾਰ ਠਾਨੇ ਥੇ। ਫਿਰ ਆਪਣੀ ਸ਼ੁਭ ਕਰਨੀ ਦਾ ਕਦੇ ਹੰਕਾਰ ਨਹੀਂ ਸੀ ਕਰਦੇ। ਨਾਮ ਕੇ ਜਪਈਆ ਦੇਗ ਤੇਗ ਕੇ ਚਲਈਆ। ਨਾਮ ਜਪਣ ਵਾਲੇ ਔਰ ਦੇਗ ਤੇਗ ਨੂੰ ਲੰਗਰ ਤੇ ਤਲਵਾਰ ਦੇ ਧਨੀ ਚਲਾਉਣ ਵਾਲੇ। ਹਰ ਗਿਆਨ ਦਾਨ ਦਈਆ ਸਿੰਘ ਛਾਨੇ ਨਾ ਪੁਰਾਨੇ ਥੇ। ਹਰ ਗਿਆਨ ਗਿਆਨੀ ਗਿਆਨ ਸਿੰਘ ਕਹਿੰਦਾ ਦਾਨ ਦੇਣ ਵਾਲੇ ਸੀ। ਐਸੇ ਭਾਈ ਪੁਰਾਣੇ ਸਿੰਘ ਛੁਪੇ ਨਹੀਂ ਸੀ ਰਹਿੰਦੇ। ਬਸਤਰ ਥੋਰ ਭੂਰ ਸ਼ਸਤਰ ਧਾਰੀ ਸੂਰ। ਉਹਨਾਂ ਨੂੰ ਕੱਪੜਾ ਲੀੜਾ ਥੋੜਾ ਮਿਲਦਾ ਸੀ ਪਰ ਸ਼ਸਤਰ ਧਾਰੀ ਬਹੁਤ ਵੱਡੇ ਸੂਰਮੇ ਸਨ। ਬਖਤਰ ਅੰਗ ਜੰਗ ਵਖਤ ਸੁਧਾਰ ਤੇ। ਜਿਹੜੀ ਸੰਜੋਗ ਸੀ ਨਾ ਉਹ ਸਿਰਫ ਆਪਣੇ ਸਰੀਰ ਤੇ ਜੰਗ ਦੇ ਸਮੇਂ ਪਹਿਨਦੇ ਸਨ। ਸੂਦੇ ਦਾੜੇ ਮੂਛ ਅੱਛ ਦਸਤਾਰੇ ਸਵੇਤ ਸਵੱਛ। ਸਿੱਧੇ ਦਾੜੇ ਚੰਗੇ ਮੁਸ਼ਹਿਰੇ ਸਾਫ ਚਿੱਟੇ ਦਸਤਾਰੇ। ਕੱਟ ਪਰ ਤੱਛ ਕੱਛ ਪੱਛ ਢਿੱਡ ਪਾਰ ਤੇ। ਔਰ ਲੱਕ ਤੇ ਪ੍ਰਤੱਖ ਕਸ਼ਹਿਰਾ। ਇਹ ਪੱਕਾ ਆਪਣਾ ਪੱਖ ਪਾਲਦੇ ਸਨ। ਅੰਗ ਰੱਖੀ ਗਰ ਭੂਰੇ ਗਲਤੀ ਕਮਰ ਕਸੇ। ਅਨੋਖੇ ਹੀ ਐਸੇ ਸਿੰਘ ਇਹ ਗਲਾਂ ਦੇ ਵਿੱਚ ਛੋਟੀਆਂ ਝੱਗੀਆਂ ਅੰਗ ਰੱਖੀ ਉਹਨੂੰ ਕਹਿੰਦੇ ਆ ਔਰ ਭੂਰੇ ਦੀਆਂ ਗਿਲਤੀਆਂ ਐਸੇ ਕਮਰ ਕਸੇ। ਨਾਦਰੈ ਮਰਗੇਸ਼ ਖੇਸ ਚਾਦਰੈ ਕੇ ਧਾਰ ਤੇ। ਨਾਦਰੈ ਮਰਗੇਸ਼ ਨਾਦਰ ਕਹਿੰਦੇ ਨੇ ਅਨੋਖੇ ਮਰਗੇਸ਼ ਸਿੰਘ। ਐਸੇ ਭਾਈ ਅਨੋਖੇ ਸਿੰਘ ਕੇਸ ਚਾਦਰਾਂ ਦੇ ਕਮਰ ਕਸੇ ਰੱਖ ਲੈਂਦੇ ਸੀ। ਅੰਬਰੀ ਪੈਗੰਬਰੀ ਅਜੀਬ ਥਾ। ਅੰਬਰੀ ਪੈਗੰਬਰੀ ਅਜੀਬ ਕਾ ਰਖਤ ਓੜ। ਪਰ ਗਿਆਨੀ ਜੀ ਕਹਿੰਦੇ ਐਸੇ ਸਿੰਘ
ਕਿ ਪੈਗੰਬਰਾਂ ਵਰਗੀ ਆਪਣੀ ਆਕਾਸ਼ੀ ਉਪਜੀਵਕਾ ਰੱਖਦੇ ਸੀ। ਭਾਵ ਕਿ ਜਿਵੇਂ ਪੈਗੰਬਰ ਕਿਸੇ ਤੋਂ ਮੰਗਦਾ ਨਹੀਂ ਨਾ ਹੈ, ਵੀ ਕਿਸੇ ਕੋਲੋਂ ਕੁਝ ਮੰਗਦੇ ਨਹੀਂ ਸਨ। ਕੰਬਰੀ ਸੇ ਪੰਬਰੀ ਕੀ ਛਾਬ ਛੀਨ ਡਾਰ ਤੇ, ਐਸੇ ਕੰਬਲ ਪਹਿਨਦੇ ਜਿਨ੍ਹਾਂ ਨਾਲ ਪੱਛਮ ਦੇ ਸੇ ਪੰਬਰੀ ਕਹਿੰਦੇ ਪੱਛਮ ਦੇ ਵਸਤਰਾਂ ਦੀ ਸ਼ੋਭਾ ਨੂੰ ਵੀ ਦੂਰ ਕਰ ਦਿੰਦੇ ਸੀ। ਇੰਨੇ ਵਧੀਆ ਕੰਬਲਾਂ ਨੂੰ ਹੀ ਆਪਣਾ ਮਹਾਨ ਸਮਝਦੇ। ਇਹੀ ਰੀਤ ਦ੍ਰਿੜ ਥਾਈ ਬੁੱਲੇ ਸ਼ਾਹੇ ਭੀ ਸੁਨਾਈ। ਇਹੀ ਜਿਹੜੀ ਰੀਤ ਹੈ ਇਹ ਪੱਕੀ ਸੀ ਸਿੰਘਾਂ ਦੀ, ਜਿਹੜੀ ਸ਼ਾਹੀ ਬੁੱਲੇ ਸ਼ਾਹ ਨੇ ਵੀ ਸੁਣਾਈ ਹੈ, ਜਿਹਨੇ ਕਿਹਾ ਭੂਰਿਆਂ ਵਾਲੇ ਰਾਜੇ ਕੀਤੇ। ਤੁਰਕਾਨੀ ਸਭ ਤਾਈ ਬਾਤ ਐਸ ਢਬ ਕੀ। ਇਹ ਤੁਰਕਾਂ ਤਾਈ ਸਾਰਿਆਂ ਤਾਈ ਇਸ ਢੰਗ ਦੀ ਉਹਨਾਂ ਨੇ ਗੱਲ ਕਹੀ। ਪਾਛੇ ਆਗੇ ਕੀ ਨਾ ਕਹਿਓ ਤੁਮ ਭੀ ਪਛਾਨ ਲੈ ਹੋ। ਕਹਿੰਦੇ ਮੈਂ ਪਿੱਛੇ ਦੀ ਅੱਗੇ ਦੀ ਗੱਲ ਨਹੀਂ ਕਹਿੰਦਾ, ਤੁਸੀਂ ਵੀ ਜਾਣ ਲਓ। ਬਾਤ ਸਾਤ ਮੈਂ ਸੁਨੇ ਹੋ ਜੋ ਪਕੈ ਹੋ ਅਬ ਕੀ। ਇਹ ਬੁੱਲੇ ਸ਼ਾਹ ਦੀ ਭਾਵ ਨੂੰ ਗਿਆਨੀ ਜੀ ਦੱਸ ਰਹੇ ਆ ਕਿ ਬੁੱਲੇ ਸ਼ਾਹ ਕਹਿੰਦਾ ਮੈਂ ਗੱਲ ਸੱਚੀ ਸੁਣਾਉਣਾ ਹੈ, ਜੋ ਪਕੈ ਹੋ ਅਬ ਕੀ, ਜੋ ਮੈਂ ਹੁਣ ਦੀ ਵੇਖੀ ਹੈ। ਭੂਰਿਆਂ ਵਾਲੇ ਭੂਪ ਕੀਏ ਮੁਗਲ ਪਠਾਨ ਛੀਏ। ਇਹ ਸਮਾਂ ਭੂਰਿਆਂ ਵਾਲੇ ਰਾਜੇ ਹੋ ਗਏ, ਮੁਗਲ ਤੇ ਪਠਾਨ ਉਹਨਾਂ ਨੇ ਨਾਸ਼ ਕਰਤੇ। ਸੋਈ ਕਾਮ ਥੀਏ ਜੋ ਰਜਾਏ ਭਈ ਰੱਬ ਕੀ। ਉਹ ਕੰਮ ਕੀਤੇ ਜਿਹੜੇ ਰੱਬ ਦੀ ਰਜਾ ਸੀ, ਪਰਮੇਸ਼ਰ ਦਾ ਹੀ ਹੁਕਮ ਸੀ। ਜੇਕਰ ਗੋਬਿੰਦ ਸਿੰਘ ਨਾਹੇ ਹੋਤੋ ਖਾਲਸਾ ਜੀ। ਜੇ ਖਾਲਸਾ ਜੀ ਸੁਣ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ, ਬੇਸ਼ੱਕ ਤੋ ਆਬ ਲੋ ਸੁਨਤ ਹੋਤੀ ਸਭ ਕੀ। ਤਾਂ ਬਿਨਾਂ ਸ਼ੱਕ ਕੇ ਜਾਣ ਲਓ ਕਿ ਹੁਣ ਤੱਕ ਸਾਰਿਆਂ ਦੀ ਸੁਨਤ ਹੋਣੀ ਸੀ, ਸਭ ਮੁਸਲਮਾਨ ਹੋਣੇ ਸਨ। ਫੇਰ ਜਾਬ ਰਾਜ ਸਾਜ ਸਿੰਘਨ ਪੈ ਥਾਦ ਰਾਜਾ। ਫਿਰ ਕਹਿੰਦੇ ਜਦੋਂ ਭਾਈ ਰਾਜ ਸਾਜ ਸਿੰਘਾਂ ਕੋਲੇ ਬਹੁਤ ਵੱਡਾ ਸੀ। ਆਇਓ ਕਾਜ ਹੋਣ ਲਾਗੇ ਸਾਜ ਕਹਿ ਗੁਰੂ ਰਹਿ ਥੇ। ਤੇ ਚੰਗਾ ਸਾਜੋ ਸਮਾਨ ਆ ਗਿਆ, ਟੈਕਸ ਆ ਗਿਆ। ਫਿਰ ਇਹ ਚੰਗੇ ਗਰੂਰ ਵਾਲੇ ਹੋ ਗਏ, ਗੌਰਵਤਾ ਵਾਲੇ ਹੋ ਗਏ। ਐ ਪੈ ਸਿੰਘੀ ਰੀਤ ਪ੍ਰੀਤ ਭਾਰ ਤੇ ਪ੍ਰਤੀਤ ਰਹੇ। ਫਿਰ ਵੀ ਕਹਿੰਦੇ ਜਦੋਂ ਵਿਚਕਾਰਲਾ ਜਿਹਾ ਸਮਾਂ ਆ ਗਿਆ ਨਾ, ਫਿਰ ਵੀ ਇਹ ਸਿੰਘਾਂ ਵਾਲੀ ਰੀਤੀ ਮੁਤਾਬਕ ਪੂਰੀ ਪ੍ਰੀਤੀ ਔਰ ਭਰੋਸਾ ਪਾਲਦੇ ਰਹੇ। ਸੁਧ ਚੀਤ ਸੈ ਮਹੀਤ ਮੀਤ ਭੀਤ ਪੂਰੈ ਥੇ। ਇਹ ਕਹਿੰਦੇ ਭਾਈ ਸ਼ੁੱਧ ਚਿੱਤ ਵਾਲੇ ਸੀ, ਮਿੱਤਰਾਂ ਦੇ ਨਾਲ ਚੰਗੇ ਵੱਡੇ ਪੂਰੇ ਮਿੱਤਰ ਸਨ। ਦੇਵਤੇ ਕਮਾਈ ਮੈਂ ਸੇ ਦਸਵੰਧ ਗੁਰੂ ਹੇਤ। ਆਪਣੀ ਕਮਾਈ ਦੇ ਵਿੱਚੋਂ ਗੁਰੂ ਨਿਮਿਤ ਦਸਵੰਧ ਕੱਢਦੇ ਸਨ। ਅਸਨ ਬਸਨ ਸਿੱਖ ਸਾਧਨ ਕੋਰੂ ਰਹਿ ਥੇ। ਜਿਹੜੇ ਭਾਈ ਸਿੱਖ ਸਾਧੂ ਸਨ ਉਹਨਾਂ ਨੂੰ ਸੋਹਣੇ ਬਸਤਰ ਭੋਜਨ ਦਿੰਦੇ ਸਨ। ਸੂਰੇ ਥੇ ਉਦਾਰ ਪੂਰੇ ਕੂਰੇ ਨਾ ਕਰੂ ਰਹਿ ਭਾਵੇ। ਭਾਵੇਂ ਕਹਿੰਦੇ ਉਹ ਬੜੇ ਚੰਗੇ ਸ੍ਰੇਸ਼ਟ ਪੂਰੇ ਸੂਰਮੇ ਸੀ। ਇਹ ਵੀ ਜਾਣ ਲਓ ਝੂਠੇ ਤੇ ਨਿਰਦਈ ਨਹੀਂ ਸਨ। ਠੌਰ ਠੌਰ ਰੂਪ ਹੀ ਠੌਰ ਠੌਰ ਨੂਰ ਹੀ ਕੇ ਪੂਰੈ ਸੋ ਜਹੂਰੈ ਥੇ। ਤੇ ਜਗ੍ਹਾ ਜਗ੍ਹਾ ਤੇ ਇਉਂ ਪ੍ਰਕਾਸ਼ ਰੂਪ ਦੇ ਪੂਰਾ ਚਾਨਣ ਵਤ ਸਨ। ਕੀਰਤਨ ਕਥਾ ਪਾਠ ਗੁਰੂ ਗ੍ਰੰਥ ਜੀ ਕੇ ਥਾਟ। ਕੀਰਤਨ ਕਥਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦੀਵਾਨ ਸਜਾ ਕੇ। ਜੋੜ ਮੇਲ ਠਾਟ ਰਾਠ ਕਾਠ ਮੇਲ ਠਾਨੀ ਥੇ। ਜੋੜ ਮੇਲਾ ਕਰਦੇ ਸੀ, ਬੜੇ ਤਕੜੇ ਬਹਾਦਰਾਂ ਨਾਲ ਮੇਲ ਜੋਲ ਰੱਖਦੇ ਸਨ। ਹੋਮ ਜਗ ਕਰਵਾਤੇ ਪ੍ਰਸ਼ਾਦ ਵਟਵਾਤੇ। ਕੋਈ ਬ੍ਰਾਹਮਣ ਆ ਜਾਣਾ ਤੇ ਉਹ ਵੀ ਹਿੰਦੂ ਜਿਹੜੇ ਸੀ ਹੋਮ ਜਗ ਕਰਵਾਉਂਦੇ, ਪ੍ਰਸ਼ਾਦ ਵੀ ਵਰਤਾਉਂਦੇ ਸਨ। ਰੌਣਕ ਰਖਾਤੇ ਗਾਤੇ ਸ਼ਬਦ ਜੋ ਬਾਣੀ ਥੇ। ਚੰਗੀ ਰੌਣਕ ਰੱਖਦੇ ਸੀ ਧਰਮ ਸਥਾਨਾਂ ਤੇ ਜੋ ਗੁਰੂ ਦੀ ਬਾਣੀ ਹੈ ਉਹ ਸ਼ਬਦ ਗਾਉਂਦੇ ਸਨ। ਦੇਤੇ ਜੋ ਕਿਸਾਨ ਆਨ ਲੇਤੇ ਸਿੰਘ ਮੋਦ ਮਾਨ। ਜੋ ਭਾਈ ਕਰਸਾਨ
ਟੈਕਸ ਦੇ ਦਿੰਦਾ ਸੀ ਨਾ ਸਿੰਘ, ਖੁਸ਼ੀ ਨਾਲ ਉਹ ਲੈ ਲੈਂਦੇ ਸੀ। ਬੇਤੇ ਬ੍ਰਹਮ ਗਿਆਨ ਤੈ ਉਪਾਸ਼ਕ ਮਹਾਨੀ ਥੇ। ਫਿਰ ਬ੍ਰਹਮ ਬੇਤੇ ਸੀ, ਬ੍ਰਹਮ ਗਿਆਨ ਨੂੰ ਜਾਣਨ ਵਾਲਾ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਬੇਤਾ। ਜਿਵੇਂ ਤਤ ਬੇਤਾ ਇਹ ਸ਼ਬਦ ਨੇ। ਤੈ ਉਪਾਸ਼ਕ ਮਹਾਨੀ ਥੇ, ਪਰਮੇਸ਼ਰ ਦੇ ਮਹਾਨ ਉਪਾਸ਼ਕ ਸਨ। ਦਾਨੀ ਥੇ ਇਮਾਨੀ ਥੇ, ਗੁਮਾਨੀ ਵੀਰ ਮਾਨੀ ਥੇ। ਚੰਗੇ ਦਾਨੀ ਸੀ, ਇਮਾਨ ਵਾਲੇ ਸਨ। ਗੁਮਾਨੀ ਵੀਰ ਮਾਨੀ ਥੇ, ਚੰਗੇ ਸਤਿਕਾਰਯੋਗ ਗੁਮਾਨੀ ਸਨ। ਸੋ ਦੇਵਗਨ ਸਾਨੀ ਥੇ, ਬਦੇਹੀ ਸਮ ਗਿਆਨੀ ਥੇ। ਇਹ ਗਿਆਨੀ ਜੀ ਕਹਿੰਦੇ ਭਾਈ ਅਣਖੀ ਸੀ, ਸੂਰਮੇ ਸਨ, ਚੰਗੇ ਦੇਵਤਿਆਂ ਵਰਗੇ ਸੀ। ਬਦੇਹੀ ਸਮ, ਜਨਕ ਵਰਗੇ ਸਨ, ਜਨਕ ਵਰਗਾ ਰਾਜ ਕਰਦੇ ਸੀ। ਨਿਜ ਨਿਜ ਗਾਮ ਮੈਂ ਤਮਾਮ ਥੇ ਹੁਕਮਰਾਨ। ਆਪੋ ਆਪਣੇ ਪਿੰਡਾਂ ਵਿੱਚ ਹੀ ਸਾਰੇ ਹੁਕਮਰਾਨ ਸੀ। ਹੰਨੇ ਹੰਨੇ ਬਾਦਸ਼ਾਹੀ ਭੋਗ ਤੇ ਸੁਤੰਤ ਥੇ। ਹੰਨੇ ਦਾ ਭਾਵ ਹੁੰਦਾ ਵੀ ਹਰੇਕ ਘੋੜ ਸਵਾਰ ਜਿਹੜਾ ਘੋੜੇ ਦੀ ਕਾਠੀ ਤੇ ਬੈਠ ਗਿਆ, ਹੰਨੇ ਹੰਨੇ ਦੀ ਬਾਦਸ਼ਾਹੀ, ਉਹ ਬਾਦਸ਼ਾਹੀ ਦਾ ਸੁੱਖ ਭੋਗਦਾ ਸੀ। ਹੰਨਾ ਘੋੜੇ ਦੀ ਕਾਠੀ ਦੇ ਅੱਗੇ ਇੱਕ ਦਸਤਾ ਲੱਗਿਆ ਹੁੰਦਾ ਲੱਕੜ ਦਾ, ਜਿਹਨੂੰ ਹੱਥ ਪਾਇਆ ਜਾਂਦਾ ਬੈਠਣ ਮੌਕੇ, ਉਹਨੂੰ ਕਿਹਾ ਜਾਂਦਾ ਹੰਨਾ। ਮਹਾਰਾਜ ਨੇ ਕਿਹਾ ਮੈਂ ਆਪਣੇ ਖਾਲਸੇ ਨੂੰ ਹੰਨੇ ਹੰਨੇ ਦੀ ਬਾਦਸ਼ਾਹੀ ਬਖਸ਼ੂ। ਜਿਹੜਾ ਘੋੜੇ ਦੀ ਕਾਠੀ ਤੇ ਬਹਿ ਗਿਆ ਉਹੀ ਬਾਦਸ਼ਾਹ ਹੋਊ। ਜਹਾਂ ਸਿੰਘ ਭਾਈ ਕੋ ਪਰਤ ਕਾਮ ਪਾਂਚਹੂ ਕੋ। ਕਹਿੰਦੇ ਜਿੱਥੇ ਕੋਈ ਸਿੰਘ ਭਰਾ ਨੂੰ ਕੋਈ ਭਾਈ ਕੰਮ ਪੈਂਦਾ ਸੀ, ਤਹਾਂ 30 ਫੀਸ ਬਿਨ ਜਾਏ ਕੈ ਕਰੰਤ ਥੇ। ਕੰਮ ਤਾਂ ਪੰਜਾਂ ਦਾ ਹੁੰਦਾ ਸੀ, ਪਰ ਉੱਥੇ ਭਾਈ 30 ਜਾਣੇ ਜਾ ਵੜਦੇ ਸੀ, ਬਿਨਾਂ ਕਿਸੇ ਫੀਸ ਲਏ ਤੋਂ ਉਹਦਾ ਕੰਮ ਕਰ ਦਿੰਦੇ ਸੀ। ਹੋਰ ਤੈ ਛੁਡਾਤੇ ਦੇਸ਼, 70 ਨਿਵਾਤੈ ਬੇਸ। ਹੋਰਾਂ ਤੋਂ ਦੇਸ਼ ਨੂੰ ਜਿਹੜਾ ਸੀ ਛਡਵਾਉਂਦੇ। 70 ਨਿਵਾਤੈ ਬੇਸ, ਤੇ ਦੁਸ਼ਮਣ ਨੂੰ ਬਹੁਤ ਨਿਵਾਤੇ ਭਾਵ ਨੀਵਾਂ ਕਰ ਦਿੰਦੇ ਸੀ। ਆਪਸ ਮੈਂ ਥਟ ਦ્વੈਸ਼ ਪੇਸ਼ ਨਾ ਪਰੰਤ ਥੇ। ਪਰ ਆਪਸ ਵਿੱਚ ਦ્વੈਸ਼ ਧਾਰ ਕੇ ਅੱਗੇ ਨਹੀਂ ਸੀ ਪੈਂਦੇ, ਭਾਵ ਬੈਰ ਨੂੰ ਲੰਬਾ ਨਹੀਂ ਸੀ ਕਰਦੇ। ਸੰਤ ਥੇ ਮਹੰਤ ਥੇ ਪਛਾਨੂ ਪਰਮੰ। ਸੰਤ ਥੇ ਮਹੰਤ ਥੇ ਪਛਾਨੂ ਬ੍ਰਹਮ ਤੰਤ ਥੇ। ਇਹੋ ਜਿਹੇ ਸਿੰਘ ਸੀ ਵੀ ਉਹ ਸੰਤ ਹੀ ਸਨ। ਗਿਆਨੀ ਜੀ ਕਹਿੰਦੇ ਚੰਗੇ ਮਹੰਤ ਮੁਖੀ ਸੀ। ਪਛਾਨੂ ਪਰਮ ਤੰਤ ਥੇ, ਪਰਮ ਤੱਤ ਨੂੰ ਪਛਾਨਣ ਵਾਲੇ ਸਨ। ਸਰੂਪ ਭਗਵੰਤ ਥੇ ਕਿ ਸਿੰਘ ਜਗ ਕੰਤ ਥੇ। ਉਹ ਪਰਮੇਸ਼ਰ ਦਾ ਹੀ ਰੂਪ ਸੀ ਜਾਂ ਕੋ ਜਗਤ ਦੇ ਮਾਲਕ ਸਨ। ਸਿੰਘ ਨਾਮ ਵਾਰੇ ਕੇ ਪਿਆਰੇ ਥੇ ਉਘਾਰੇ ਅਤ। ਇਸ ਤਰ੍ਹਾਂ ਸਿੰਘ ਨਾਮ ਰੱਖਣ ਵਾਲੇ ਇਹ ਸਿੱਖੀ ਨੂੰ ਬਹੁਤ ਹੀ ਪ੍ਰਤੱਖ ਤੌਰ ਤੇ ਪਿਆਰ ਕਰਨ ਵਾਲੇ ਸੀ। ਵਾਰੇ ਥੇ ਜੋ ਜਾਨ ਮਾਲ ਪਾਰੇ ਸਾਮਨੈਨ ਥੇ। ਉਹਨਾਂ ਸਿੱਖਾਂ ਤੋਂ ਜਾਨ ਤੇ ਮਾਲ ਵਾਰ ਦਿੰਦੇ ਸੀ, ਨੇਤਰਾਂ ਵਾਂਗੂ ਪਾਲਦੇ ਸੀ ਆਪਣੇ ਪਿਆਰਿਆਂ ਗੁਰਸਿੱਖਾਂ ਨੂੰ। ਜੈਸੇ ਜੋ ਚਾਹੇ ਰਹਿ ਐ ਪੈ ਸਿੰਘੀ ਰੀਤ ਗਏ ਹੈ। ਉਹ ਕਹਿੰਦੇ ਜਿਵੇਂ ਜਿੱਥੇ ਕੋਈ ਜਿਸ ਤਰ੍ਹਾਂ ਰਹਿਣਾ ਚਾਹੁੰਦਾ ਰਹੇ, ਪਰ ਸਿੰਘਾਂ ਵਾਲੀ ਮਰਜ਼ਾਦਾ ਫੜੇ। ਸ਼ਰਧਾ ਰੱਖੈ ਹੈ ਗੁਰ ਈਸ਼ ਭੈ ਸੁਖੈਨ ਥੇ। ਸੁੱਖਾਂ ਦੇ ਘਰ ਈਸ਼ਵਰ ਔਰ ਗੁਰੂ ਮਹਾਰਾਜ ਤੇ ਸ਼ਰਧਾ ਰੱਖਦੇ ਸਨ। ਤਾਂ ਸੋ ਮਿਲ ਖੈ ਹੈ ਤੇ ਖੁੱਲੇ ਹੈ, ਨਾ ਧਰੈ ਹੈ ਨਾਮ। ਉਹਨਾਂ ਨਾਲ ਹੀ ਭਾਈ ਮਿਲ ਕੇ ਖਾਂਦੇ ਸੀ, ਐਨ ਖੁੱਲੇ ਬੈਠ ਕੇ। ਨਾ ਧਰੈ ਹੈ ਨਾਮ, ਕੋਈ ਕਹਿੰਦੇ ਆਪਣਾ ਵੱਖਰਾ ਨਾਮ ਨਹੀਂ ਸੀ ਰਖਾਉਂਦੇ। ਨਿਰਮਲੇ ਨਿਹੰਗ ਏਕ ਮੇਕ ਸਭ ਐਨ ਥੇ। ਵੀ ਨਿਰਮਲੇ ਨਿਹੰਗ ਵਿਤਕਰਾ ਨਹੀਂ ਸੀ ਕਰਦੇ, ਸਾਰੇ ਇੱਕ ਮਿਕ ਰਹਿੰਦੇ ਸਨ। 1 ਲੱਖ ਇਤਫਾਕ ਪਾਕ ਸਾਕ ਤੈ ਸੰਬੰਧ ਬਾਰੇ। ਫਿਰ ਇਖਲਾਕੀ ਸੀ, ਆਚਰਣ ਚੰਗਾ ਸੀ, ਇਤਫਾਕੀ ਸਨ, ਏਕੇ ਵਾਲੇ ਸੀ। ਪਾਕ ਸਾਕ ਪਵਿੱਤਰ ਸੰਬੰਧ ਸਾਕ ਵਾਲੇ ਸਨ। ਬਾਕ ਬੋਲ ਕੈ ਵਡਾਤੇ ਬਹੁ ਚੈਨ ਥੇ। ਇਹੋ ਜਿਹੇ ਬੋਲ ਬੋਲਦੇ ਸੀ ਜਿਹਦੇ ਨਾਲ ਅਮਨ ਚੈਨ ਵੱਧਦਾ ਸੀ।
ਯਾਹੀ ਤੈ ਬੜਤ ਗਈ ਸਿੱਖੀ ਤਬ ਤਿੱਖੀ ਅਤ। ਇਸੇ ਕਰਕੇ ਗਿਆਨੀ ਜੀ ਕਹਿੰਦੇ ਉਦੋਂ ਸਿੱਖੀ ਇੰਨੇ ਜ਼ੁਲਮਾਂ ਵਿੱਚ ਵੀ ਬਹੁਤ ਜ਼ਿਆਦੇ ਵੱਧ ਗਈ। ਲਿਖੀ ਹਮ ਜੈਸ ਲਿਖੀ ਜਾਤ ਨਾਹੇ ਹੈ ਤਿਤੈ। ਜਿਹੋ ਜੀ ਅਸੀਂ ਵੇਖੀ ਹੈ ਨਾ ਉਨੀ ਤਾਂ ਗਿਆਨੀ ਜੀ ਕਹਿੰਦੇ ਮੈਂ ਸ਼ਬਦਾਂ 'ਚ ਲਿਖ ਵੀ ਨਹੀਂ ਸਕਦਾ। ਪਾਵਸ ਚੰਬੇਲੀ ਬੇਲੀ ਗੰਗ ਸਮ ਝੇਲੀ ਫੈਲੀ। ਜਿਵੇਂ ਬਰਖਾ ਦੀ ਰੁੱਤ ਵਿੱਚ ਚੰਬੇਲੀ ਦੀ ਬੇਲ ਔਰ ਗੰਗਾ ਦੀਆਂ ਛੱਲਾਂ ਜਿਹੜੀਆਂ ਨੇ ਉਹ ਫੈਲਦੀਆਂ, ਇਸ ਤਰ੍ਹਾਂ ਭਾਈ ਸਿੱਖੀ ਫੈਲੀ। ਮਕਰ ਬਹੀਨ ਸਮ ਮਕਰ ਦਿਨਾ ਬਿਤੈ। ਔਰ ਉਹ ਵੀ ਬਿਨਾਂ ਪਖੰਡ ਤੋਂ ਰਹਿਤ ਸਿੱਖੀ ਫੈਲੀ। ਮਕਰ ਦੇ ਦਿਨਾਂ ਜਿਵੇਂ ਮਾਘ ਦੇ ਦਿਨਾਂ ਜਦੋਂ ਬੀਤ ਜਾਂਦੇ ਆ ਉਦੋਂ ਜਿਵੇਂ ਬਾਅਦ ਚ ਫਿਰ ਦਿਨ ਵੱਧਦੇ ਆ, ਇਉਂ ਸਿੱਖੀ ਵਧੀ। ਆਯੁਧ ਸਿੱਖੈ ਸਿਖਾਰੈ ਮਾਰ ਖਾਵ ਤੇ ਸ਼ਿਕਾਰੈ। ਸ਼ਾਸਤਰ ਸਿੱਖਦੇ ਸਿਖਾਉਂਦੇ, ਸ਼ਿਕਾਰ ਮਾਰ ਕੇ ਛਕਦੇ ਸੀ। ਪਰ ਨਾਰੈ ਲੋ ਬਿਕਾਰੈ ਧਾਰੈ ਨਾਹੇ ਸੂਰ ਚਿਤੈ। ਪਰਾਈ ਇਸਤਰੀ ਆਦਿ ਤੱਕ ਵਿਕਾਰਾਂ ਨੂੰ ਉਹ ਸਿੰਘ ਚਿੱਤ ਵਿੱਚ ਵੀ ਨਹੀਂ ਸੀ ਧਾਰਦੇ। ਗਰ ਅੰਗ ਰੱਖੇ ਜਾਮੇ ਕੁੜਤੀ ਸੁਤਣੀ ਭਾਮੇ। ਗਲ 'ਚ ਚੋਲੇ ਰੱਖਦੇ, ਕੁੜਤੇ ਝੱਗੀਆਂ ਤਣੀਆਂ ਸਹਿਤ। ਭਾਮੇ ਕਹਿੰਦੇ ਨੇ ਸੋਹਣੇ ਸੁੰਦਰ। ਸੈਲਵਾਰੈ ਦਸਤਾਰੈ ਧਾਰੈ ਤਬ ਥੇ ਇਤੈ। ਸਿਲਾਂ ਵਾਲੇ ਭਾਵ ਸ਼ਸਤਰ ਤੋੜੇ ਚੱਕਰਾਂ ਵਾਲੇ ਦਸਤਾਰੇ ਬੰਨ੍ਹਦੇ ਹੁੰਦੇ ਸੀ। ਲਿਓ ਜੋ ਲਾਹੌਰ ਮਹਾਰਾਜੇ ਰਣਜੀਤ ਸਿੰਘ। ਤੇ ਫਿਰ ਸਮਾਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਜਦੋਂ ਉਹਨਾਂ ਨੇ ਲਾਹੌਰ ਲਿਆ। ਉਦੋਂ ਫਿਰ ਥੋੜਾ ਜਿਹਾ ਜਿਹੜੇ ਲੋਕ ਸਨ ਹੋਰ ਛੋਟੇ ਰਾਜੇ ਜਾਂ ਉਹਨਾਂ ਦੀ ਫਿਰ ਕੀ ਥੋੜਾ ਜਿਹਾ ਬਦਲਿਆ ਕੰਮ ਉਹਨਾਂ ਦਾ ਜੀਵਨ। ਹੁਣ ਇਸ ਸਮੇਂ ਦਾ ਪ੍ਰਭਾਵ ਫਿਰ ਕੀ ਪਿਆ ਸਿੰਘਾਂ ਦੇ ਜੀਵਨ 'ਚ ਉਹ ਹੁਣ ਗਿਆਨੀ ਜੀ ਦੱਸਣਗੇ। ਇਉਂ ਇਹਨਾਂ ਨੇ ਫਿਰ ਰੂਪ ਰਾਪ ਆਪਦੇ ਬਦਲਨੇ ਸ਼ੁਰੂ ਕੀਤੇ ਤੇ ਇਹ ਆਪਾਂ ਕੱਲ ਦੇ ਸਮੇਂ ਵਿੱਚ ਪੜ੍ਹਾਂ ਸੁਣਾਂਗੇ। ਹੁਣ ਟਾਈਮ ਦੀ ਸਮਾਪਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।